ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਚੌਪਈ ਤਬੈ ਭੂਮਿਕਾ ਦੇਖਨ ਚਹੈ। ਕਹੀ ਬਾਤ ਇਕ ਸਿਆਨੇ ਅਹੈ ਪਾਂਚ ਸਰ ਜੋ ਗੁਰੂ ਬਣਾਏ। ਕੁਲ ਛੇਤਰ ਤੇ ਅਧਿਕ ਰਚਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਬਣਾ ਰਹੇ ਹੋ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਉਦਾਸੀਨ ਸੰਪਰਦਾ ਦੇ ਬਾਨੀ ਮੁਖੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ। ਅੱਜ ਦੇ ਦਿਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਜਗਤ ਮਾਤਾ ਸੁਲੱਖਣੀ ਜੀ ਦੇ ਉਦਰ ਤੋਂ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਨਮ ਹੋਇਆ। ਤਕਰੀਬਨ 3.5 ਸਾਲ 4 ਸਾਲ ਦੀ ਉਮਰ ਸੀ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਦੀ, ਜਿਸ ਵਕਤ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਸਾਹਿਬ ਤੋਂ ਉਦਾਸੀ ਧਾਰਨ ਕੀਤੀ। ਬਾਬਾ ਸ਼੍ਰੀ ਚੰਦ ਜੀ ਦੀ ਪਰਵਰਿਸ਼ ਉਹਨਾਂ ਦੇ ਸਤਿਕਾਰਯੋਗ ਭੂਆ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨੇ ਕੀਤੀ ਹੈ। ਬੇਬੇ ਨਾਨਕੀ ਜੀ ਉਹ ਮਹਾਨ ਅਵਸਥਾ ਦੇ ਮਾਲਕ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਵੀਰ ਗੁਰੂ ਨਾਨਕ ਸਾਹਿਬ ਦੀ ਬੰਦਗੀ 'ਚ ਬਤੀਤ ਕੀਤੀ ਹੈ। ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਨੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਦੀ ਝੋਲੀ 'ਚ ਪਾਇਆ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਉਦਾਸੀ ਸੰਪਰਦਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਪ੍ਰਾਰੰਭ ਕੀਤੀ ਗੁਰੂ ਨਾਨਕ ਸਾਹਿਬ ਦੀ ਆਗਿਆ ਨਾਲ। ਔਰ ਬਾਬਾ ਸ਼੍ਰੀ ਚੰਦ ਜੀ ਦੀ ਇਹ ਸੰਪਰਦਾ ਉਦਾਸੀਨ ਸੰਪਰਦਾ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਪਾਵਨ ਸਥਾਨ ਨੇ ਉੱਥੇ ਸੇਵਾ ਸੰਭਾਲ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਬੜੇ ਬੜੇ ਮਹਾਂਪੁਰਸ਼ ਮਹਾਤਮਾ ਉਦਾਸੀ ਸੰਪਰਦਾ ਵਿੱਚ ਹੋਏ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਨਿਸ਼ਾਨ ਉਹਨਾਂ ਵੇਲਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ, ਪੈਦਲ ਚੱਲ ਕੇ ਜਾਣਾ, ਰੂਸ ਤੱਕ, ਰਸ਼ੀਆ ਦੇ ਬਹੁਤ ਸਾਰੇ ਸਥਾਨਾਂ ਤੱਕ, ਕਾਠਮੰਡੂ ਨੇਪਾਲ ਵਿੱਚ, ਬੰਗਾਲ 'ਚ ਢਾਕੇ ਤਾਈਂ, ਅਸਾਮ ਵਿੱਚ, ਉੜੀਸਾ 'ਚ ਜਗਨਨਾਥਪੁਰੀ ਤੱਕ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਥਾਨ ਉਦਾਸੀਆਂ ਨੇ ਉੱਥੇ ਗੁਰੂ ਸਾਹਿਬ ਦੇ ਨਿਸ਼ਾਨ ਚੁਲਾਏ।
ਔਰ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕਰਕੇ ਉਹਨਾਂ ਸਥਾਨਾਂ ਤੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੇਂਦਰ ਸਥਾਪਿਤ ਕੀਤੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਤਕਰੀਬਨ 125 ਸਾਲ ਤੱਕ ਆਪਣੇ ਸਰੀਰ 'ਚ ਰਹਿ ਕੇ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਕਰਕੇ ਅਕਾਲ ਪੁਰਖ ਦੇ ਵਿੱਚ ਹੀ ਇੱਕਮਿਕ ਹੋ ਗਏ। ਬਾਠ ਸਾਹਿਬ ਦੀ ਧਰਤੀ ਅੱਜ ਵੀ ਇਹ ਸੰਕੇਤ ਦਿੰਦੀ ਹੈ, ਜਿੱਥੇ ਜੀਵਨ ਦੇ 62 ਸਾਲ ਬਾਬਾ ਸ਼੍ਰੀ ਚੰਦ ਜੀ ਨੇ ਭਜਨ ਕੀਤਾ, ਬੰਦਗੀ ਕੀਤੀ ਹੈ। ਗੁਰੂ ਘਰ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾ ਉਦਾਸੀਨ ਸੰਪਰਦਾ ਸਭ ਤੋਂ ਪਹਿਲੀ ਸੰਪਰਦਾ ਹੈ ਔਰ ਸਭ ਤੋਂ ਵੱਡੀ ਸੰਪਰਦਾ ਹੈ। ਇਹਦੇ ਵਿੱਚ 10 ਮੁਖੀਆਂ ਹਨ, 4 ਧੂਣੇ ਨੇ, 6 ਬਖਸ਼ਿਸ਼ਾਂ ਨੇ ਔਰ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾ ਸਭ ਤੋਂ ਪਹਿਲੀ ਸੰਪਰਦਾ ਗੁਰੂ ਨਾਨਕ ਸਾਹਿਬ ਦੇ ਘਰ ਦੀ। ਗੁਰੂ ਨਾਨਕ ਸਾਹਿਬ ਦੇ ਬਗੀਚੇ ਦੇ ਫੁੱਲ ਨੇ ਔਰ ਉਦਾਸੀ ਮਹਾਂਪੁਰਸ਼ਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਪੰਥ ਦੀ। ਬੜੇ ਬੜੇ ਮਹਾਂਪੁਰਸ਼ ਮਹਾਤਮਾ ਬਾਬਾ ਪ੍ਰੀਤਮ ਦਾਸ ਜੀ ਵਰਗੇ, ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ। ਸਰੋਵਰ ਦੇ ਵਿੱਚ ਜਿਹੜੀ ਹੰਸਲੀ ਚੱਲ ਕੇ ਆਉਂਦੀ ਹੈ ਜਲ ਦੀ ਨਹਿਰ 'ਚੋਂ, ਉਹ ਹੰਸਲੀ ਬਣਾਉਣ ਦੀ ਸੇਵਾ ਬਾਬਾ ਪ੍ਰੀਤਮ ਦਾਸ ਜੀ ਉਦਾਸੀ ਮਹਾਂਪੁਰਸ਼ਾਂ ਨੇ ਕੀਤੀ ਹੈ। ਬੜੀ ਬੜੀ ਉੱਚ ਅਵਸਥਾ ਦੇ ਮਾਲਕ ਭਾਈ ਮੀਹਾਂ ਸਾਹਿਬ ਜੀ, ਜਿਨ੍ਹਾਂ ਨੂੰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਤਮਤਾਨ ਸਾਹਿਬ, ਉਹ ਵੀ ਉਦਾਸੀ ਸੰਪਰਦਾ ਵਿੱਚੋਂ 6 ਬਖਸ਼ਿਸ਼ਾਂ 'ਚੋਂ ਇੱਕ ਬਖਸ਼ਿਸ਼ ਦੇ ਮਾਲਕ ਸਨ। ਉਹਨਾਂ ਨੇ ਵੀ ਬੜਾ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਹੈ। ਸੋ ਐਸੇ ਮਹਾਂਪੁਰਸ਼, ਐਸੇ ਮਹਾਤਮਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਐਸੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਣਾ ਸਤਿਗੁਰੂ ਜੀ ਪ੍ਰਦਾਨ ਕਰਨ। ਲੜੀਵਾਰ ਗੁਰੂ ਪੰਥ ਦੇ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਅਬਦਾਲੀ ਨੇ ਹਮਲਾ ਕੀਤਾ ਹਿੰਦੁਸਤਾਨ ਤੇ, ਲਾਹੌਰ ਤੋਂ ਸ਼ਾਹ ਨਵਾਜ਼ ਨੇ ਅਬਦਾਲੀ ਦੀ ਮਦਦ ਕੀਤੀ ਹੈ, ਲੱਖੂ ਇਹਦੇ ਨਾਲ ਜਾ ਰਲਿਆ ਹੈ। ਉਧਰੋਂ ਦਿੱਲੀ ਤੋਂ ਵਜ਼ੀਰ ਨੇ ਮੀਰ ਮੰਨੂ ਨੇ ਮੁਕਾਬਲਾ ਕੀਤਾ, ਅਬਦਾਲੀ ਭੱਜਿਆ ਹੈ। ਲਾਹੌਰ ਆ ਕੇ ਮੀਰ ਮੰਨੂ ਨੇ ਕਬਜ਼ਾ ਕਰਕੇ ਸ਼ਾਹ ਨਵਾਜ਼ ਨੂੰ ਭਜਾਇਆ ਤੇ ਲੱਖੂ ਨੂੰ ਗ੍ਰਿਫਤਾਰ ਕੀਤਾ ਹੈ। 30 ਲੱਖ ਟਕੇ ਇਹਦੇ ਕੋਲੋਂ ਲੈਣ ਵਾਸਤੇ ਹੁਕਮ ਕੀਤਾ, ਇਹ 20 ਲੱਖ ਹੀ ਭਰ ਸਕਿਆ ਸੀ। 10 ਲੱਖ ਟਕੇ ਦੀਵਾਨ ਕੌੜਾ ਮੱਲ ਜੀ ਨੇ, ਜੋ ਗੁਰੂ ਘਰ ਦੇ ਬੜੇ ਪਿਆਰੇ ਸੇਵਕ ਸਨ, ਉਹਨਾਂ ਨੇ ਦੇ ਕੇ ਮੀਰ ਮੰਨੂ ਨੂੰ ਇਹਨੂੰ ਆਪਣੇ ਕਬਜ਼ੇ 'ਚ ਕਰਕੇ ਪਾਪੀ ਨੂੰ ਸਜ਼ਾ ਦਿੱਤੀ ਤੇ ਗੁਰੂ ਪੰਥ ਦੇ ਕੋਲ ਭੇਜ ਕੇ ਇਸ ਪਾਪੀ ਨੂੰ ਸੋਧਾ ਲਾ ਕੇ ਖਾਲਸੇ ਨੇ ਛੋਟੇ ਘੱਲੂਘਾਰੇ ਦੌਰਾਨ ਕੀਤੇ ਸ਼ਹੀਦ, ਉਹਨਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਇਸ ਮਲੇਛ ਕੋਲੋਂ ਲਿਆ। ਸਿੰਘਾਂ ਨੇ ਵਿਚਾਰ ਕੀਤੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਾਂ ਕਦੋਂ ਤੱਕ ਜੰਗਲਾਂ ਦੀਆਂ ਝੱਲਾਂ 'ਚ ਲੜਾਂਗੇ, ਕੋਈ ਆਪਣਾ ਕਿਲ੍ਹਾ ਬਣਾ ਲਈਏ ਜਿੱਥੇ ਓਟ ਲੈ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ। ਵਿਚਾਰ ਕੀਤੀ, ਕਿਲ੍ਹੇ ਤਾਂ ਹੋਰ ਬਹੁਤ ਬਣੇ ਨੇ, ਉੱਥੇ ਕਬਜ਼ਾ ਕਰ ਲਈਏ। ਕਹਿੰਦੇ ਨਹੀਂ, ਸ੍ਰੀ ਅੰਮ੍ਰਿਤਸਰ ਸਾਹਿਬ ਵਰਗਾ ਪਵਿੱਤਰ ਨਗਰ ਛੱਡ ਕੇ ਹੋਰ ਕਿਤੇ ਜਾਣਾ ਅਸੀਂ, ਇੱਥੇ ਮਰਾਂਗੇ ਮੋਕਸ਼ ਪ੍ਰਾਪਤ ਹੋਵੇਗੀ, ਇੱਥੇ ਮਰ ਕੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਹੋਵੇਗਾ। ਇਸ ਕਰਕੇ ਜੇ ਕਿਲ੍ਹਾ ਬਣਾਉਣਾ ਹੈ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਣਾਈਏ। ਜਿਵੇਂ ਕੈਰਵਾਂ ਤੇ ਪਾਂਡਵਾਂ ਨੇ ਲੜਨ ਵਾਸਤੇ ਰਣ ਭੂਮੀ ਕੁਰੂਕਸ਼ੇਤਰ ਨੂੰ ਚੁਣਿਆ ਸੀ, ਉਹ ਕਹਿੰਦੇ ਪਵਿੱਤਰ ਸਥਾਨ ਹੈ। ਸਾਡੇ ਵਾਸਤੇ ਤਾਂ ਸਭ ਤੋਂ ਮਹਾਨ ਤੇ ਪਵਿੱਤਰ ਸਥਾਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਇਹ ਵਿਚਾਰਾਂ ਪੰਥ ਕਰ ਰਿਹਾ, ਸਿੰਘ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੇ ਸਾਜੇ ਔਰ ਨਿਵਾਜੇ ਹੋਏ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬੈ ਭੂਮਿਕਾ ਦੇਖਣ ਚਹੈ। ਸਿੰਘ ਕਹਿੰਦੇ ਵਿਚਾਰ ਕਰੀਏ ਤੇ ਭੂਮੀ ਦੀ ਭਾਲ ਕਰੀਏ ਜਿੱਥੇ ਸੁੰਦਰ ਕਿਲ੍ਹਾ ਉਸਾਰਿਆ ਜਾ ਸਕੇ। ਅੰਮ੍ਰਿਤਸਰ ਸਾਹਿਬ ਵਿਖੇ ਕੋਈ ਇਹੋ ਜਿਹਾ ਸਥਾਨ ਵੇਖੀਏ। ਕਹੀ ਬਾਤ ਇੱਕ ਸਿਆਣੇ ਹੈ। ਉੱਥੇ ਕੁਝ ਸਿਆਣੇ ਸਿੱਖ ਬਣਾ ਕੇ ਉਹਦੇ ਵਿੱਚ ਆਪਣਾ ਸਬਾਬ ਰੱਖ ਕੇ ਜੰਗ ਦਾ
ਤੁਰਕਾਂ ਨਾਲ ਜੰਗ ਕਰਨ ਵਾਸਤੇ ਇੱਥੇ ਹੀ ਆਕੀ ਹੋ ਜਾਈਏ, ਬਾਗੀ ਹੋ ਜਾਈਏ। ਮਰੈ ਤਾਂ ਸਵਰਗ ਸਿਧਾਰ ਹੈ, ਬਚ ਲਏ ਪਤਸ਼ਾਹੀ ਅੰਗ। ਤੇ ਜੇ ਅੰਮ੍ਰਿਤਸਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਲੜ ਕੇ ਸ਼ਹੀਦੀਆਂ ਪਾਵਾਂਗੇ ਤੇ ਸ਼ਹੀਦੀਆਂ ਪ੍ਰਾਪਤ ਕਰਕੇ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਤੇ ਜੇ ਵੈਰੀ ਨੂੰ ਮਾਰ ਕੇ ਜਿੱਤ ਗਏ, ਫਤਿਹ ਪ੍ਰਾਪਤ ਕਰ ਲਈ, ਤੇ ਕਲਗੀਧਰ ਦੇ ਬਚਨਾਂ ਅਨੁਸਾਰ ਸਾਨੂੰ ਇਸ ਧਰਤੀ ਦੀ ਪਾਤਸ਼ਾਹੀ ਪ੍ਰਾਪਤ ਹੋਵੇਗੀ। ਸਾਡੇ ਦੋਹਾਂ ਹੱਥਾਂ ਵਿੱਚ ਲੱਡੂ ਨੇ। ਹਾਂਜੀ, ਚੌਪਈ ਏਕ ਸਿੱਖ ਨੇ ਐਸੇ ਉਚਾਰਾ। ਇਹ ਗੱਲਾਂ ਹੋ ਰਹੀਆਂ ਸਨ ਤੇ ਲਾਗੋ ਇੱਕ ਸਿੰਘ ਬੋਲਿਆ, ਹਮ ਦੇਖਿਓ ਇੱਕ ਅਚਰਜ ਭਾਰਾ। ਕਹਿਣ ਲੱਗੇ ਜੀ ਮੈਂ ਇੱਕ ਜਗ੍ਹਾ ਤੇ ਬੜਾ ਅਸਚਰਜ ਵੇਖਿਆ। ਇੱਕ ਛੇਲੀ ਉਹਾਂ ਪੁੱਲ ਰਹੀ। ਕਹਿੰਦਾ ਜੀ ਇੱਕ ਬੱਕਰੀ ਸੀ ਤੇ ਬੱਕਰੀ ਉੱਥੇ ਵਿਆਹੀ ਗਈ, ਪ੍ਰਸੂਤ ਹੋਈ। ਸੋ ਬਿਆਇਤ ਉਹਾਂ ਭਈ। ਕਹਿੰਦਾ ਉਹ ਜਗ੍ਹਾ ਮੈਂ ਵੇਖੀ ਆ ਵੀ ਬੱਕਰੀ ਨੇ ਬੱਚੇ ਦਿੱਤੇ ਹੋਏ ਸਨ। ਸੋ ਦੇਖ ਬਗਿਆੜਨ ਲਈ। ਤੇ ਬਗਿਆੜ ਆ ਗਏ। ਬਗਿਆੜ ਨੇ ਆ ਕਰਕੇ ਬੱਕਰੀ ਦੇ ਬੱਚਿਆਂ ਨੂੰ ਖਾਣ ਦਾ ਯਤਨ ਕੀਤਾ। ਰਹੇ ਬਗਿਆੜ ਦੋਏ ਜੋਰ ਲਗਾਈ। ਦੋ ਬਗਿਆੜ ਸਨ, ਕੱਲੀ ਬੱਕਰੀ ਨੇ ਉਹਨਾਂ ਦੋ ਬਗਿਆੜਾਂ ਦਾ ਮੁਕਾਬਲਾ ਕੀਤਾ ਆਪਣੇ ਬੱਚਿਆਂ ਨੂੰ ਬਚਾਉਣ ਲਈ। ਬੱਕਰੀ ਛੇਲੇ ਦਏ ਨਾ ਲੈਣ। ਬੱਕਰੀ ਨੇ ਬਗਿਆੜਾਂ ਨੂੰ ਛੇਲੇ ਨਹੀਂ ਆਪਣੇ ਲੈਣ ਦਿੱਤੇ, ਆਪਣੇ ਛੇਲੇ ਬਗਿਆੜਾਂ ਦੇ ਕਾਬੂ ਨਹੀਂ ਆਉਣ ਦਿੱਤੇ। ਐਸੀ ਦੇਖੀ ਬਾਤ ਸੁਮੈਨ। ਕਹਿੰਦਾ ਇਹੋ ਜੀ ਜਗ੍ਹਾ ਮੈਂ ਵੇਖੀ ਆ, ਉੱਥੇ ਇਹੋ ਜਿਹਾ ਪ੍ਰਤਾਪ ਹੈ। ਦੋਹਰਾ ਤਬੈ ਖਾਲਸੇ ਉਸ ਕਹੀ, ਹਮ ਯਹ ਸੁਨੈ ਨਾ ਗੱਲ। ਮੇਰੀ ਵਿਚਾਰਤਾ ਇਹ ਆ ਵੀ ਉੱਥੇ ਕਿਲਾ ਬਣਾਈਏ ਜਿੱਥੇ ਬੱਕਰੀ ਬਗਿਆੜਾਂ ਨਾਲ ਲੜੀ ਹੈ। ਆਮ ਕਰਕੇ ਪੁਰਾਣੇ ਵੇਲਿਆਂ ਵਿੱਚ ਇਹ ਹੁੰਦੀਆਂ ਸਨ ਕਹਾਵਤਾਂ। ਉੱਥੇ ਕਿਲੇ ਬਣਾਏ ਜਾਂਦੇ ਸਨ ਜਿੱਥੇ ਕੋਈ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਸੀ। ਪਰ ਜਦੋਂ ਸਿੰਘ ਨੇ ਗੱਲ ਕਹੀ ਤੇ ਖਾਲਸੇ ਨੂੰ ਉਹਦਾ ਗੱਲ ਵਿੱਚ ਹੀ ਉਹਦੀ ਟੋਕ ਦਿੱਤੀ। ਸਿੰਘ ਕਹਿਣ ਲੱਗੇ ਅਸੀਂ ਨਹੀਂ ਜਾਣਦੇ ਇਹ ਗੱਲਾਂ ਜਿਹੜੀਆਂ ਤੂੰ ਕਹਿਣਾ, ਅਸੀਂ ਨਹੀਂ ਇਹ ਸੁਣਦੇ ਵੀ ਬੱਕਰੀ ਬਗਿਆੜਾਂ ਨਾਲ ਲੜੀ ਉੱਥੇ ਤੇ ਉਹਨੇ ਛੇਲੇ ਆਪਣੇ ਬਚਾ ਲਏ। ਕਹਿੰਦੇ ਅਸੀਂ ਇਹ ਗੱਲਾਂ ਨਹੀਂ ਸੁਣਨੀਆਂ ਤੇ ਨਾ ਮੰਨਦੇ ਹਾਂ। ਹਮਰੋ ਨਿਸ਼ਚਾ ਗੁਰ ਉਤੇ, ਮਰੈ ਚਰਨ ਉਸ ਤਲ। ਸਾਡਾ ਨਿਸ਼ਚਾ ਤਾਂ ਸਤਿਗੁਰੂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਤੇ ਹੈ ਕਿ ਅਸੀਂ ਉਹਨਾਂ ਦੇ ਚਰਨਾਂ ਦੇ ਥੱਲੇ ਮਰਾਂਗੇ, ਸ਼ਹੀਦੀਆਂ ਪਾਵਾਂਗੇ ਉਹਨਾਂ ਦੇ ਚਰਨਾਂ ਵਿੱਚ, ਉਹਨਾਂ ਦੀ ਨਗਰੀ ਵਿੱਚ। ਸਾਡਾ ਤਾਂ ਇਹ ਨਿਸ਼ਚਾ, ਅਸੀਂ ਨਹੀਂ ਜਾਣਦੇ ਉੱਥੇ ਬੱਕਰੀ ਲੜੀ ਹੈ ਕਿ ਕੌਣ ਲੜਿਆ। ਸਾਡੇ ਲਈ ਤਾਂ ਇਹ ਪਵਿੱਤਰ ਨਗਰੀ ਹੈ, ਗੁਰੂ ਰਾਮਦਾਸ ਜੀ ਦਾ ਚੱਪਾ ਚੱਪਾ ਇੱਥੋਂ ਦਾ ਪਵਿੱਤਰ ਹੈ। ਇੱਥੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਲੜ ਕੇ ਸ਼ਹੀਦੀਆਂ ਪਾਉਣੀਆਂ। ਜਿੱਥੇ ਮਰਜ਼ੀ ਕਿਲਾ ਉਸਾਰ ਲਈਏ, ਸਾਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਹੋਵੇਗਾ। ਚੌਪਈ ਤਬ ਇੱਕ ਸਿੰਘ ਸਿਆਣੇ ਕਹੀ। ਲਾਗੇ ਇੱਕ ਸਿਆਣਾ ਸਿੰਘ ਬੋਲਿਆ, ਸਭੀ ਬਾਤ ਇਹਾਂ ਮਿਲ ਅਹੀ। ਕਹਿੰਦੇ ਸਾਰੀਆਂ ਗੱਲਾਂ ਇੱਥੇ ਬਣ ਆਉਂਦੀਆਂ ਹਨ। ਪੰਚੋ ਸਰ ਜੇ ਗੁਰੂ ਬਣਾਏ। ਕਹਿੰਦੇ ਅੰਮ੍ਰਿਤਸਰ ਸਾਹਿਬ ਵਰਗੀ ਪਵਿੱਤਰ ਭੂਮੀ ਕਿਹੜੀ ਹੈ ਸਾਰੇ ਸੰਸਾਰ ਵਿੱਚ, ਜਿਸ ਨੂੰ ਗੁਰੂ ਅਰਜਨ ਸਾਹਿਬ ਵੇਖ ਕੇ ਕਹਿੰਦੇ ਆ ਡਿਠੇ ਸਭੇ ਥਾਵ, ਨਹੀਂ ਤੁਧ ਜਿਹਿਆ ਬੱਧੋ ਪੁਰਖ ਵਿਧਾਤੇ, ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ। ਹਰ ਹਾ ਨਾਨਕ ਕਸਮ ਲਜਾਏ, ਨਾਇ ਰਾਮਦਾਸ ਸਰ। ਸਤਿਗੁਰਾਂ ਦੀ ਪਵਿੱਤਰ ਨਗਰੀ ਤੋਂ ਬਿਨਾਂ ਹੋਰ ਕਿਹੜੀ ਸਾਡੇ ਲਈ ਪਵਿੱਤਰ ਥਾਂ ਹੈ, ਜਿੱਥੇ ਸਤਿਗੁਰੂ ਜੀ ਨੇ 5 ਸਰੋਵਰ ਲਵਾਏ ਹਨ। ਤਿੰਨ ਹੀ ਮੈਂ ਇੱਕ ਬਚਨ ਮਿਲਾਏ। ਕਹਿੰਦੇ ਤਿੰਨਾਂ 5 ਸਰੋਵਰਾਂ ਦੇ ਵਿੱਚ ਮਹਾਰਾਜ ਜੀ ਨੇ ਇੱਕੋ ਬਚਨ ਮਿਲਾਇਆ ਹੈ। ਦੋਹਰਾ ਅੰਮ੍ਰਿਤ ਸਰ ਵਿਵੇਕ ਸਰ, ਕੋਲ ਸਰਾ ਲਿਓ ਥਾਪ। 5 ਸਰੋਵਰ ਕਿਹੜੇ ਨੇ ਅੰਮ੍ਰਿਤਸਰ ਸਾਹਿਬ ਵਿਖੇ? ਪਹਿਲਾ ਸਰੋਵਰ ਹੈ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਨਾਂ ਤੇ ਪਿਆ। ਦੂਸਰਾ ਹੈ ਵਿਵੇਕ ਸਰ, ਤੀਸਰਾ ਹੈ ਕੌਲ ਸਰ। ਹਾਂਜੀ, ਸੰਤੋਖ ਸਰ ਓ ਰਾਮ ਸਰ, ਗੁਰ ਰਾਮਦਾਸ ਕਰੇ ਆਪ। ਔਰ ਫਿਰ ਚੌਥਾ ਹੈ ਰਾਮ ਸਰ ਤੇ ਪੰਜਵਾਂ ਹੈ ਸੰਤੋਖ ਸਰ। ਇਹ 5 ਸਰੋਵਰ ਨੇ। ਵਿਵੇਕ ਸਰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਇਆ, ਕੌਲ ਸਰ ਤੇ ਵਿਵੇਕ ਸਰ। ਸੰਤੋਖ ਸਰ ਸਾਹਿਬ ਦੀ ਰਚਨਾ ਪੰਚਮ ਪਾਤਸ਼ਾਹ ਨੇ ਕੀਤੀ ਹੈ।
ਰਾਮਸਰ ਸਰੋਵਰ ਦੀ ਔਰ ਅੰਮ੍ਰਿਤਸਰ ਸਰੋਵਰ ਦੀ ਰਚਨਾ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਨੇ ਕੀਤੀ ਹੈ। ਸਤਿ ਸ੍ਰੀ ਅਕਾਲ। ਇਹ 5 ਸਰੋਵਰ ਨੇ ਮਹਾਰਾਜ ਜੀ ਦੀ ਇਸ ਨਗਰੀ ਵਿੱਚ, 5 ਤਾਲ ਹਨ। ਚੌਪਈ ਰਾਮਦਾਸ ਸਰ ਜੇ 5 ਬਣਾਏ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਹੁਕਮਾਂ ਨਾਲ ਹੀ ਇਹ 5 ਸਰ ਬਣੇ ਹਨ। ਇੱਕ ਥਾਂ ਲੀਜੈ ਕੰਧ ਚਿਣਾਏ। ਤੇ ਇਹਨਾਂ ਦੇ ਵਿੱਚ ਇੱਕ ਜਗ੍ਹਾ ਤੇ ਆਪਾਂ ਕੰਧਾਂ ਬਣਾ ਲਈਏ, ਚਾਰੇ ਪਾਸੇ ਕਿਲਾ ਬਣਾ ਲਈਏ, ਤੇ ਕਿਲਾ ਵੀ ਗੁਰੂ ਰਾਮਦਾਸ ਸਾਹਿਬ ਦੇ ਨਾਂ ਤੇ ਬਣਾਈਏ। ਸਾਧ ਸੰਗਤ ਇਹ ਵਿਚਾਰ ਕੀਤੀ। ਸਿੰਘ ਕਹਿ ਰਿਹਾ ਇਹਨਾਂ ਵਿੱਚ ਹੀ 5 ਸਰੋਵਰਾਂ ਵਿੱਚ ਕਿਤੇ ਆਪਾਂ ਨੇੜੇ ਕਿਲਾ ਉਸਾਰ ਲਈਏ, ਕੰਧਾਂ ਉਸਾਰ ਲਈਏ ਚਾਰੇ ਪਾਸੇ, ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਨਾਂ ਦੇ ਉੱਤੇ ਹੀ ਕਿਲੇ ਦਾ ਨਾਂ ਰੱਖੀਏ। ਮਰੈ ਤੁਰਕਤ ਹੈ ਆਪੇ ਆਏ। ਜਦੋਂ ਤੁਰਕ ਆਉਣਗੇ ਚੜ ਕੇ ਉਹ ਮਰਨਗੇ ਆਪੇ ਮਲੇਛ। ਇੱਥੇ ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ। ਗੜੀ ਬਣਾਓ ਰਣ ਥੰਬ ਪਾਏ। ਔਰ ਰਣ ਥੰਬ ਬਣਾ ਲਓ, ਗੜੀ ਰਚ ਲਓ, ਸੋਹਣਾ ਕਿਲਾ ਰਚ ਲਵੋ। ਹੁਤੀ ਖੂਹੀ ਤਹ ਗੁਰੂ ਲਵਾਈ। ਕਹਿੰਦੇ ਇੱਥੇ ਇੱਕ ਖੂਹ ਗੁਰੂ ਪਾਤਸ਼ਾਹ ਨੇ ਲਵਾਇਆ ਸੀ, ਤੇ ਥਾਂ ਲੀਨੀ ਨੀਹ ਤਰਾਈ। ਉੱਥੇ ਹੀ ਖਾਲਸੇ ਨੇ ਨੀਂਹ ਰੱਖੀ ਕਿਲੇ ਦੀ, ਔਰ ਕਿਲੇ ਦਾ ਨਾਮ ਰੱਖਿਆ ਰਾਮ ਰੌਣੀ। ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਉੱਤੇ ਹੀ ਕਿਲੇ ਦਾ ਨਾਂ ਰੱਖਿਆ ਰਾਮ। ਗੁਰੂ ਰਾਮਦਾਸ ਸਾਹਿਬ ਦੇ ਨਾਂ ਤੇ ਰੌਣੀ। ਰੌਣੀ ਕਹਿੰਦੇ ਆ ਵੀ ਆਲੇ ਦੁਆਲੇ ਕੰਧ ਉਸਾਰ ਕੇ ਤੇ ਉਹਦੇ ਨੇੜੇ ਖਾਈ ਬਣਾ ਕੇ ਉਹਦੇ ਚ ਪਾਣੀ ਛੱਡ ਦੇਣਾ, ਉਹਨੇ ਰੌਣੀ ਕਹਿੰਦੇ। ਵੈਸੇ ਰੌਣੀ ਆਪੇ ਰਾਜ ਸਿੰਘ ਆਪੇ ਮਜੂਰ। ਹੁਣ ਸਿੰਘਾਂ ਵਿੱਚ ਰਾਜ ਮਿਸਤਰੀ ਵੀ ਆਪ ਹੀ ਸੀ, ਕਿਹੜਾ ਕਿਤੋਂ ਦੂਜੋਂ ਥਾਵਾਂ ਤੋਂ ਫੜ ਕੇ ਲਿਆਉਣੇ ਸੀ। ਵਿੱਚ ਮਿਸਤਰੀ ਰਾਜ ਵੀ ਆਪ ਦੇ ਮਜ਼ਦੂਰ ਵੀ ਆਪ, ਆਪੇ ਹੀ ਮਿਸਤਰੀ ਬਣਾਉਂਦੇ, ਆਪ ਹੀ ਮਜ਼ਦੂਰ ਬਣ ਕੇ ਮਜ਼ਦੂਰੀ ਕਰਦੇ ਨੇ। ਬੜੇ ਭੁਜੰਗੀ ਦਿਲ ਕੇ ਸੂਰ। ਤੇ ਬੜੇ ਵੱਡੇ ਭੁਜੰਗੀ ਯੋਧੇ ਜਿਹੜੇ ਦਿਲ ਦੇ ਸੂਰਮੇ ਨੇ, ਉਹ ਕਹਿੰਦੇ ਅਸੀਂ ਕਿੱਥੋਂ ਮਜ਼ਦੂਰ ਸੱਦ ਕੇ ਲਿਆਉਣੇ, ਆਪ ਹੀ ਕਰੀਏ ਸੇਵਾ। ਆਪ ਹੀ ਇੱਟਾਂ ਲੈ ਕੇ ਆਉਂਦੇ ਆ, ਆਪ ਹੀ ਮਜ਼ਦੂਰ ਬਣੇ ਆ, ਆਪ ਹੀ ਮਿਸਤਰੀ ਬਣੇ ਹੋਏ ਨੇ, ਕਾਰੀਗਰ ਬਣੇ ਹੋਏ ਨੇ। ਆਪੇ ਪੀਸੈ ਆਪ ਪਕਾਵੈ। ਆਪ ਹੀ ਪੀਂਦੇ ਤੇ ਆਪ ਹੀ ਪਕਾਉਂਦੇ ਆ, ਕਿਸੇ ਦੇ ਉੱਤੇ ਨਿਰਭਰ ਨਹੀਂ ਹਨ ਵੀ ਕੋਈ ਦੂਜਾ ਆਵੇ ਤੇ ਆ ਕੇ ਬਣਾਵੇ। ਆਪੇ ਹੀ ਪੀਂਦੇ, ਆਪੇ ਹੀ ਪਕਾਉਂਦੇ, ਆਪੇ ਹੀ ਛਕਦੇ। ਹਾਂਜੀ, ਤੇ ਤੋ ਬੜੇ ਸਰਦਾਰ ਕਹਾਵੈ। ਕਹਿੰਦੇ ਜਿਹੜਾ ਆਪੇ ਪੀਵੇ ਆਪੇ ਪਕਾਵੇ ਉਹਨੂੰ ਓਨਾ ਹੀ ਵੱਡਾ ਸਰਦਾਰ ਕਹਿੰਦੇ ਆ ਪੰਥ ਵਿੱਚ। ਕਹਿੰਦੇ ਵੀ ਇਹ ਸਰਬ ਗੁਣ ਸੰਪੰਨ ਹੈ, ਉਹਨੂੰ ਓਡਾ ਵੱਡਾ ਸਰਦਾਰ ਕਹਿੰਦੇ ਆ। ਜਿਹੜਾ ਪ੍ਰਸ਼ਾਦਾ ਵੀ ਪਕਾ ਲਵੇ, ਆਟਾ ਵੀ ਪੀਸ ਲਵੇ, ਸਬਜ਼ੀ ਭਾਜੀ ਵੀ ਤਿਆਰ ਕਰ ਲਵੇ, ਮਿਸਤਰੀ ਵੀ, ਮਜ਼ਦੂਰੀ ਵੀ। ਕਹਿੰਦੇ ਜਿੱਡੇ ਵੱਡੇ ਗੁਣ ਉਹਦੇ ਕੋਲ ਹੁੰਦੇ ਉਹਨੂੰ ਓਡਾ ਵੱਡਾ ਹੀ ਸਰਦਾਰ ਕਹਿੰਦਾ ਪੰਥ। ਕਹਿੰਦੇ ਸਰਦਾਰ ਹੈ ਜੋ ਕਰੈ ਸਿੰਘ ਬਹੁਤੋ ਕੰਮ। ਜਿਹੜਾ ਸਿੰਘ ਬਹੁਤਾ ਕੰਮ ਕਰਦਾ ਨਾ, ਬਹੁਤੀ ਸੇਵਾ ਸੰਭਾਲ ਕਰਦਾ। ਧੰਨ ਧੰਨ ਕਹੈ ਸਿੰਘ ਤਿਸੈ ਜੰਮ। ਸਾਰੇ ਸਿੰਘ ਉਹਨੂੰ ਕਹਿੰਦੇ ਆ ਧੰਨ ਹੈ ਇਹ ਗੁਰੂ ਕਾ ਲਾਲ, ਇਹਦਾ ਜੰਮਣਾ ਧੰਨ ਹੈ, ਇਹਦੀ ਮਾਂ ਧੰਨ ਹੈ, ਇਹਦਾ ਪਿਤਾ ਧੰਨ ਹੈ, ਜਿਹਦੇ ਘਰ ਵਿੱਚ ਇਹੋ ਜਿਹਾ ਸਪੂਤ ਪੈਦਾ ਹੋਇਆ। ਵੇਖੋ ਕਿੰਨੀ ਸੇਵਾ ਕਰਦਾ ਸਿੰਘ। ਇਹਦਾ ਅੱਲਾ ਸ਼ੇਰੀ ਦਿੰਦੇ। ਅੱਜ ਕੱਲ ਤਾਂ ਸਾਰੀ ਜਥੇਦਾਰ ਨੇ ਨਾ, ਉਹ ਕਹਿੰਦੇ ਉਹ ਦੂਜਾ ਕਰੇ ਆ ਕੇ ਸੇਵਾ। ਉਦੋਂ ਜਿਹੜਾ ਸੇਵਾ ਕਰਦਾ ਸੀ ਉਹੀ ਜਥੇਦਾਰ ਹੁੰਦਾ ਸੀ, ਉਹਨੂੰ ਹੀ ਓਡਾ ਵੱਡਾ ਮਾਣ ਸਤਿਕਾਰ ਦਿੰਦੇ ਸੀ। ਹੁਣ ਅਸੀਂ ਕਹਿੰਦੇ ਆ ਸਾਰੀ ਬੁਖੀਆਂ ਸੀ। ਸੋ ਕਹਿਣ ਤੋਂ ਭਾਵ ਕਿ ਜਿਹੜਾ ਜਿੰਨੀ ਸੇਵਾ ਕਰੇ ਉਹਦੇ ਤੇ ਪੰਥ ਦੀ ਓਨੀ ਖੁਸ਼ੀ ਹੁੰਦੀ। ਜਿਹੜਾ ਘੋੜਿਆਂ ਦਾ ਲਦੇੜਾ ਚੁੱਕੇ ਜਾ ਕੇ ਕੋਈ ਖਰਖਰਾ ਫੇਰੇ, ਪਾਣੀ ਦੀ ਸੇਵਾ ਕਰੇ, ਪੱਖਾ ਚੱਲੇ, ਪੰਥ 'ਚ ਉਹਦਾ ਓਨਾ ਹੀ ਸਤਿਕਾਰ। ਇਹ ਨਹੀਂ ਸੀ ਵੀ ਉਹਦੀ ਹੇਠ ਹੀ ਹੁੰਦੀ ਸੀ। ਹੁਣ ਮੈਂ ਪੱਖਾ ਝੱਲਾਂ, ਮੈਂ ਜਾ ਕੇ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਾਂ, ਭਾਂਡੇ ਮਾਂਜਾਂ, ਮੈਂ ਗਿਆਨੀ, ਮੈਂ ਮੁਸਲਮਾਨ ਇੱਕ 'ਚ ਸਿੱਖ। ਜਿਹੜੇ ਦੋ ਸੀ ਉਹਨਾਂ ਨੂੰ ਉੱਤੋਂ ਕੱਜ ਦਿੱਤਾ ਵੀ ਇਹ ਤਾਂ ਨਿਕਲ ਜਾਣਗੇ ਦੂਜਿਆਂ ਦੇ ਮੋਢਿਆਂ ਤੇ ਹੱਥ ਰੱਖ ਕੇ। ਜਿਹੜਾ ਸਿੱਖਾਂ ਵਾਲਾ ਸੀ ਉਹ ਖਾਲੀ ਰੱਖਿਆ। ਉਹ ਕਹਿੰਦੇ ਵੀ ਇਹਨਾਂ ਦਾ ਡਰ ਨਹੀਂ ਵੀ ਇਹ ਨਿਕਲ ਜਾਣਗੇ। ਕਹਿੰਦਾ ਨਹੀਂ, ਇਹਨਾਂ ਤੇ ਜਿਹੜਾ ਉੱਤੇ ਚੜ੍ਹਦਾ ਦੂਜਾ ਲੱਤਾਂ ਖਿੱਚ ਕੇ ਥੱਲੇ ਖਿੱਚ ਲੈਂਦਾ। ਇਹ ਭਾਵੇਂ ਹਾਸ ਰਸ ਵਿੱਚ ਹੈ ਬਚਨ, ਪਰ ਸੱਚਾਈ ਤਾਂ ਇਹੀ ਹੈ ਨਾ। ਅੱਜ ਦੇ ਵਰਤਮਾਨ ਦੇ ਜੋਕੇ ਸਮੇਂ 'ਚ ਵੇਖੀਏ ਤਾਂ ਕਿਹੜਾ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਕੋਈ ਬਰਦਾਸ਼ਤ ਕਰਦਾ? ਕਹਿੰਦੇ ਵੀ ਇਹ ਕਿਉਂ ਮੂਹਰੇ ਹੋਵੇ, ਇਹ ਕਿਉਂ ਅੱਗੇ ਹੋਵੇ।
ਅਸੀਂ ਆਗੂ ਹਾਂ, ਅਸੀਂ ਫਲਾਣੇ ਆ, ਸਾਡੀ ਇੰਨੀ ਕੁਰਬਾਨੀ ਹੈ, ਮੈਂ ਇੰਨੇ ਸਾਲਾਂ ਤੋਂ ਸੇਵਾ ਕਰਦਾ। ਭਾਈ ਪੁਰਾਤਨ ਸਮਿਆਂ ਵਿੱਚ ਸਿੰਘ ਇੱਕ ਦੂਜੇ ਨਾਲ ਸ਼ਰੀਕਾ ਨਹੀਂ ਸਨ ਕਰਦੇ। ਉਹ ਕਹਿੰਦੇ ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਜੇ ਸਾਡਾ ਕੋਈ ਭਰਾ ਅੱਗੇ ਵਧੇਗਾ ਤੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਜੇ ਕੋਈ ਯੋਗ ਕੰਮ ਕਰਦਾ ਤੇ ਪੰਥ ਦਾ ਸਾਂਝਾ ਹੈ ਨਾ ਸਾਰਿਆਂ ਦਾ। ਕੋਈ ਭਲਾ ਕੰਮ ਕਰਦਾ ਤਾਂ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਏ, ਨਾ ਕਿ ਉਹਦਾ ਮਾਨਸਿਕ ਬਲ ਤੋੜਨਾ ਚਾਹੀਏ। ਖੈਰ ਕਹਿੰਦੇ ਜਿੰਨੇ ਸਿੰਘ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਕੋਈ ਕਿਸੇ ਦਾ ਸ਼ਰੀਕਾ ਨਹੀਂ ਸੀ ਕਰਦਾ। ਹੁਣ ਤਾਂ ਸ਼ਰੀਕ ਹੀ ਅਸੀਂ ਆਪੇ ਹੀ ਪੈਦਾ ਕਰ ਲਏ। ਮਲਵਈ ਹੈ, ਇਹ ਮਝੈਲ ਹੈ, ਇਹ ਦੁਆਬੀ ਹੈ, ਇਹ ਪੁਆਧੀ ਹੈ। ਮਾਝੇ ਵਾਲਾ ਕਹੇ ਜੀ ਮੈਂ ਮਲਵਈਆਂ ਨੂੰ ਨਹੀਂ ਅੱਗੇ ਆਉਣ ਦੇਣਾ, ਮਲਵਈ ਕਹਿਣ ਮੈਂ ਮਾਝੇ ਵਾਲਿਆਂ ਨੂੰ ਨਹੀਂ ਆਉਣ ਦਿੰਦਾ, ਤੇ ਦੁਆਬੀਏ ਕਹਿਣ ਅਸੀਂ ਦੋਵਾਂ ਨੂੰ ਪੱਛੇ ਕਰਕੇ ਅਸੀਂ ਜ਼ਿਆਦਾ ਪੜ੍ਹੇ ਲਿਖੇ, ਅਸੀਂ ਅੱਗੇ ਆਵਾਂਗੇ। ਅੱਜ ਕੱਲ੍ਹ ਇਹ ਵੀ ਵਰਤਾਰਾ ਵਰਤਦਾ। ਜਦੋਂ ਸਤਿਗੁਰੂ ਜੀ ਨੇ ਪੰਥ ਸਾਜਿਆ, ਮਹਾਰਾਜ ਜੀ ਨੇ ਮਾਝਾ, ਮਾਲਵਾ, ਦੁਆਬਾ, ਪੁਆਧ ਨਹੀਂ ਵੇਖਿਆ। ਉਹਨਾਂ ਸਾਰੇ ਵਿਸ਼ਵ ਦੇ ਵਿੱਚੋਂ ਆਵਾਜ਼ ਮਾਰੀ, ਆਓ ਕਿਹੜਾ ਸਿਰ ਦਿੰਦਾ। ਉੱਥੇ ਕੋਈ ਜਗਨਨਾਥਪੁਰੀ ਤੋਂ ਆ ਰਿਹਾ, ਤੇ ਕੋਈ ਗੁਜਰਾਤ ਤੋਂ ਆ ਰਿਹਾ, ਦੁਆਰਕਾ ਤੋਂ, ਕੋਈ ਹਸਤਨਾਪੁਰੀ ਤੋਂ ਆ ਰਿਹਾ, ਤੇ ਕੋਈ ਲਾਹੌਰ ਤੋਂ ਆ ਰਿਹਾ, ਕੋਈ ਬਿਦਰ ਤੋਂ ਆ ਰਿਹਾ। ਗੁਰੂ ਸਾਹਿਬ ਨੇ ਤਾਂ ਸਾਂਝਾ ਪੰਥ ਤਿਆਰ ਕੀਤਾ। ਇਹ ਅਸੀਂ ਅੱਗੇ ਆਪੋ ਆਪਣੇ ਫਿਰਕੇ ਬਣਾ ਲਏ, ਵੱਖੋ ਵੱਖਰੀਆਂ ਬਿਰਤੀਆਂ ਬਣਾ ਕੇ। ਤੋ ਬਰਾਦਰੀਵਾਦ ਦਾ ਕੋਡ ਵੀ ਆ ਗਿਆ, ਸ਼ਰੀਕਾ ਇੱਥੇ ਵੀ ਸਾਡੇ ਅੰਦਰ ਕੰਮ ਕਰਨ ਲੱਗ ਪਿਆ। ਪੁਰਾਤਨ ਸਿੰਘ ਭਾਈ ਰਤਨ ਸਿੰਘ ਜੀ ਕਹਿੰਦੇ ਸਾਰੇ ਸੇਵਾ ਕਰਦੇ, ਕੋਈ ਕਿਸੇ ਨਾਲ ਸ਼ਰੀਕਾ ਨਹੀਂ ਸੀ ਕਰਦਾ। ਕਹਿੰਦੇ ਭਾਈ ਜਿੰਨਾ ਕੋਈ ਚਾਅ ਨਾਲ ਸੇਵਾ ਕਰੇ ਉਹਦੇ ਤੇ ਉਨੀਆਂ ਹੀ ਪੰਥ ਦੀਆਂ ਬਖਸ਼ਿਸ਼ਾਂ ਹੁੰਦੀਆਂ। ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ। ਕਹਿੰਦੇ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਸੀ ਤੇ ਉਹ ਰੌਲਾ ਨਹੀਂ ਸੀ ਪਾਉਂਦਾ ਫਿਰਦਾ, ਵੇਖੋ ਜੀ ਮੈਨੂੰ ਇਹ ਦੁੱਖ ਹੈ। ਉਹ ਕਹਿੰਦਾ ਜੇ ਮੈਨੂੰ ਹੈ ਤੇ ਮੈਂ ਸਾਰੇ ਪੰਥ ਦਾ ਮਨ ਦੁਖੀ ਕਿਉਂ ਕਰਾਂ। ਹਾਂਜੀ, ਕੰਧ ਬਣਾਵੇ ਦੌੜੇ ਦੌੜ, ਦੌੜ ਦੌੜ ਕੇ ਕਹਿੰਦੇ ਸੇਵਾ ਕਰਦੇ ਸਿੰਘ ਵੀ ਅਸੀਂ ਆਪਣਾ ਕਿਲਾ ਬਣਾ ਰਹੇ। ਉਦੋਂ ਇਹ ਥੋੜੀ ਬਿਰਤੀ ਸੀ ਵੀ ਕੁਝ ਕੁ ਬੰਦਿਆਂ ਦਾ। ਉਹ ਕਹਿੰਦੇ ਸਾਡੇ ਸਾਰਿਆਂ ਦਾ ਕਿਲਾ ਬਣਦਾ, ਇਹਦੇ 'ਚ ਅਸੀਂ ਆਸਰਾ ਲੈ ਕੇ ਵੈਰੀਆਂ ਦੇ ਮੁਕਾਬਲੇ ਕਰਦੇ ਹਾਂ। ਕਹਿੰਦੇ ਦੌੜ ਦੌੜ ਕੇ ਸਿੰਘ ਸੇਵਾ ਕਮਾਉਂਦੇ ਆ, ਸੇਵਾ ਕਰਦੇ ਹਨ। ਜਿਮ ਬੰਦਰ ਪੁਲ ਬੰਦਤ ਦੌੜ। ਕਹਿੰਦੇ ਜਿਵੇਂ ਭਗਵਾਨ ਰਾਮ ਜੀ ਨੇ ਪੁਲ ਨਹੀਂ ਸੀ ਬੱਧਾ, ਭੱਜ ਭੱਜ ਕੇ ਸੇਵਾ ਕਰਦੇ ਸੀ ਸਾਰੇ। ਕਹਿੰਦੇ ਏਦਾਂ ਸਿੰਘ ਕਹਿੰਦੇ ਸਾਰੇ ਭੱਜ ਭੱਜ ਕੇ ਸੇਵਾ ਕਰਦੇ ਆ, ਕਿਲੇ ਦੀਆਂ ਕੰਧਾਂ ਬਣਾਉਂਦੇ ਆ। ਦੋਹਰਾ ਚਾਰੇ ਲੰਗਾ ਲੈ ਤੁਰੇ, ਨਿਸ ਦਿਨ ਨਾਹੇ ਥਕਾਏ। ਚਾਰੇ ਲੰਗਾ ਜਾਨੀ ਕਿ ਚਾਰੇ ਪਾਸੇ ਚਾਰ ਕੰਧਾਂ ਜਿਹੜੀਆਂ ਨੇ, ਲਾਂਗ ਕੰਧ ਨੂੰ ਕਹਿ ਦਿੰਦੇ ਆ, ਉਹ ਚਾਰੇ ਲੰਗਾ ਕਹਿੰਦੇ ਬਰਾਬਰ ਲੈ ਕੇ ਤੁਰ ਪਏ। ਸਿੰਘ ਕਹਿੰਦੇ ਇੱਧਰਲੀ ਲਾਂਗ ਫਿਰ ਚਾਰੇ, ਕਹਿੰਦੇ ਰਾਤ ਦਿਨ ਹੀ ਲੱਗੇ ਰਹਿੰਦੇ। ਰਾਤ ਨੂੰ ਵੀ ਕਈ ਸਿੰਘ ਸੇਵਾ ਕਰੀ ਜਾਂਦੇ ਨੇ। ਹੌਲੀ ਹੌਲੀ ਜਿਉਂ ਕਹੈ ਤਿਮ ਤਿਮ ਦੌੜ ਕਮਾਹੇ। ਕਹਿੰਦੇ ਸਿੰਘ ਕਹਿੰਦੇ ਉਹ ਕੋਈ ਨਹੀਂ, ਹੌਸਲੇ ਨਾ ਕਰੋ ਸੇਵਾ, ਜਿਹੜੇ ਸਿਆਣੇ ਸਿੰਘ। ਪਰ ਕਹਿੰਦੇ ਸਿੰਘ ਹੋਰ ਭੱਜ ਭੱਜ ਕੇ ਸੇਵਾ ਕਰਦੇ ਆ, ਹੋਰ ਦੌੜ ਕੇ ਸੇਵਾ ਕਰਦੇ ਨੇ। ਚੌਪਈ ਬੁਰਜ ਦਰਵਾਜੇ ਬਣਾਇਓ ਵੱਡ ਖਾਸ। ਕਹਿੰਦੇ ਬੁਰਜ ਬਣਾ ਲਏ, ਚਾਰੇ ਪਾਸੇ ਦਰਵਾਜੇ ਬਣਾ ਲਏ। ਮੰਡਿਓ ਸੋ ਮਰਨੋ ਤੇ ਥਾਂ ਵਾਸ। ਮੰਡ ਲਿਆ ਸਿੰਘਾਂ ਨੇ ਵੀ ਹੁਣ ਇੱਥੇ ਹੀ ਵਸ ਕੇ ਮਰਨਾ। ਹੁਣ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਸ਼ਹੀਦੀਆਂ ਪਾਉਣੀਆਂ ਨੇ। ਜੋ ਲੱਭਿਓ ਕਿਛ ਖਰਚ ਸੋ ਪਾਇਓ। ਕਹਿੰਦੇ ਜਿਹੜਾ ਕੁਝ ਲੱਭਿਆ ਖਰਚ ਉੱਥੇ ਸਭ ਨੇ ਆਪਣੀ ਸੇਵਾ ਪਾ ਦਿੱਤੀ। ਲੁੱਟਿਓ ਕੁਟਿਓ ਥੋ ਜੋ ਭੁਜ ਚਾਇਓ। ਜਿਹੜਾ ਸਿੰਘਾਂ ਦੇ ਕੋਲ ਹੈ ਸੀ ਕੁਝ ਮਾੜਾ ਮੋਟਾ, ਕਿਸੇ ਕੋਲ 100, ਕਿਸੇ ਕੋਲ 50, ਕਿਸੇ ਕੋਲ, ਸਭ ਨੇ ਆਪਣੀ ਸੇਵਾ ਉੱਥੇ ਪਾ ਦਿੱਤੀ। ਇੱਟਾਂ ਲਿਆਉਣ ਦੇ ਉੱਤੇ, ਸੇਵਾ ਕਰਨ ਵਿੱਚ। ਚਾਰ ਔਰਤ ਰੌਣੀ ਬਣਾਈ। ਫਿਰ ਕੰਧਾਂ ਉਸਾਰ ਕੇ ਉਹਦੇ ਚਾਰੇ ਪਾਸੇ ਖਾਈ ਬਣਾਈ ਡੂੰਗੀ, ਪਾਣੀ ਛੱਡ ਦਿੱਤਾ ਉਹਦੇ ਵਿੱਚ। ਇਮ ਕਰ ਰੌਣੀ ਨਾਮ ਸਦਾਈ। ਉਹਦੇ ਕਰਕੇ ਕਹਿੰਦੇ ਰੌਣੀ ਨਾਂ ਸਦਾਇਆ, ਤੇ ਕਿਲੇ ਦਾ ਨਾਂ ਹੋਇਆ ਰਾਮ ਰੌਣੀ। ਗਿਰਦੈ ਲਏ ਭੋਏ ਮੋਰਚੇ ਪੁਟਾਏ। ਤੇ ਉਹਦੇ ਗਿਰਦ ਗਿਰਦ ਨਾਲ ਮੋਰਚੇ ਜ਼ਮੀਨ ਦੇ ਵਿੱਚ ਪੁੱਟ ਲਏ। ਖਾਈ ਲਈ ਅਤ ਗਹਿਰ ਕਰਾਏ। ਤੇ ਜਿਹੜੀਆਂ ਖਾਈਆਂ ਸਨ ਚਾਰੇ ਪਾਸਿਓਂ ਚੰਗੀਆਂ ਡੂੰਘੀਆਂ ਪੁੱਟ ਲਈਆਂ, ਨਾਲ ਮੋਰਚੇ ਪੁੱਟ ਲਏ ਬਾਹਰਲੇ ਪਾਸੇ ਵੀ। ਆਪੇ ਪਟੈ ਆਪ ਉਸਾਰੈ। ਆਪ ਹੀ ਪੁੱਟਦੇ ਨੇ, ਆਪ ਹੀ ਉਸਾਰਦੇ ਨੇ। ਕਿਹੜਾ ਕਿਤੋਂ ਮਜ਼ਦੂਰ ਲੈਣ ਜਾਣਾ ਜਾਂ ਕੋਈ ਮਿਸਤਰੀ ਵਿੱਚ ਹੀ ਨੇ ਸਾਰੇ ਖਾਲਸੇ ਦੇ ਵਿੱਚ। ਰਾਜ ਮਜੂਰ ਸਿੰਘ ਗੁਰੂ ਪਿਆਰੈ। ਰਾਜ ਮਿਸਤਰੀ ਵੀ ਗੁਰੂ ਕੇ ਸਿੰਘ ਨੇ, ਜਿਹੜੇ ਮਜ਼ਦੂਰ ਨੇ ਉਹ ਵੀ ਗੁਰੂ ਕੇ ਸਿੰਘ ਨੇ, ਸਾਰੇ ਆਪ ਹੀ ਸੇਵਾ ਕਰਦੇ ਕਿਰਤੀ ਸਿੰਘ ਨੇ।
ਰਾਤ ਦਿਵਸ ਕਰ ਕੰਧ ਚਨਾਈ ਏਦਾਂ ਰਾਤ ਦਿਨ ਕਰਕੇ ਕੰਧਾਂ ਉਸਰ ਗਈਆਂ। ਕਿਛਕ ਆਸਰੋ ਲਿਓ ਬਣਾਈ ਏਦਾਂ ਸਿੰਘਾਂ ਨੇ ਕੁਝ ਕੁ ਆਸਰਾ, ਕੋਈ ਬਹੁਤਾ ਮਜ਼ਬੂਤ ਤਾਂ ਨਹੀਂ ਕਿਲਾ, ਪਰ ਫਿਰ ਵੀ ਚੰਗੀਆਂ ਉੱਚੀਆਂ ਕੰਧਾਂ ਬਣਾ ਕੇ ਕੁਝ ਦਿਨਾਂ ਵਿੱਚ ਹੀ ਕਿਲਾ ਤਿਆਰ ਕਰ ਲਿਆ। ਸਿੰਘ ਪੰਜ ਸਹਿ ਭਇਓ ਉਹਾਂ ਸਾਰੋ ਉੱਥੇ ਤਕਰੀਬਨ 500 ਸਿੰਘਾਂ ਦੇ ਰਹਿਣ ਦਾ ਪ੍ਰਬੰਧ ਕਰ ਲਿਆ। ਉਹਦੇ ਤੋਂ ਵੱਧ ਵੀ ਆ ਜਾਣ ਤਾਂ ਵੀ ਮੇਵ ਜਾਂਦੇ। 500 ਸਿੰਘਾਂ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ। ਸ਼ਹੀਦ ਹੋਣ ਕੋ ਉਨ ਪ੍ਰਣ ਧਾਰੋ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਗੁਰੂ ਸਾਹਿਬ ਦੀ ਨਗਰੀ ਦੀ ਰਾਖੀ ਕਰਨੀ ਹੈ। ਦੁਸ਼ਮਣ ਚੜ ਕੇ ਆਵੇਗਾ, ਮੁਕਾਬਲਾ ਕਰਾਂਗੇ, ਸ਼ਹੀਦੀ ਵੀ ਪਾਵਾਂਗੇ। ਔਰ ਜੇ ਆਦ ਕੀ ਜਗ੍ਹਾ ਥੀ ਨਾਹੀ ਕਹਿੰਦੇ ਹੋਰ ਜਿਹੜੀ ਆਲੇ ਦੁਆਲੇ ਜਗ੍ਹਾ ਸੀ, ਇਸ ਵਿਦ ਸਿੰਘ ਬੜੇ ਘਣੇ ਨਾਹੀ ਕਹਿੰਦੇ ਜਗ੍ਹਾ ਥੋੜੀ ਹੋਣ ਕਰਕੇ ਸਿੰਘ ਬਹੁਤੇ ਨਹੀਂ ਉਹਦੇ ਵਿੱਚ ਰਹਿ ਸਕੇ। 500 ਸਿੰਘਾਂ ਦੇ ਰਹਿਣ ਦਾ ਉਹਦੇ ਵਿੱਚ ਪ੍ਰਬੰਧ ਸੀ। ਦੋਹਰਾ ਖਬਰ ਭਈ ਜਬ ਤੁਰਕ ਕੋ ਲੜਿਓ ਅਚਾਨਕ ਯਾਦ ਉਧਰ ਤੁਰਕਾਂ ਨੂੰ ਪਤਾ ਲੱਗਾ ਵੀ ਇਦਾਂ ਸਿੰਘਾਂ ਨੇ ਅੰਮ੍ਰਿਤਸਰ ਸਾਹਿਬ 'ਚ ਕਿਲਾ ਬਣਾ ਲਿਆ ਬਾਗੀ ਹੋਣ ਵਾਸਤੇ, ਤੋਂ ਮਲੇਛਾਂ ਨੂੰ ਪਿੱਸੂ ਪੈ ਗਏ। ਉਹਨਾਂ ਨੇ ਹਮਲੇ ਬੋਲ ਦਿੱਤੇ। ਮੀਰ ਮਨੂ ਨੇ ਭੇਜਿਓ ਦੀਨਾ ਬੇਗ ਚੜਾਏ ਇੱਕ ਦੀਨਾ ਬੇਗ ਨਾਮ ਦਾ ਪਠਾਨ ਸੀ ਜਲੰਧਰ ਦਾ, ਉਹਨੂੰ ਮੀਰ ਮੰਨੂ ਨੇ ਭੇਜ ਦਿੱਤਾ ਵੀ ਜਾ ਕੇ ਅੰਮ੍ਰਿਤਸਰ ਸਾਹਿਬ ਸਿੰਘਾਂ ਤੇ ਹਮਲਾ ਕਰ। ਉਹ ਤਾਂ ਉੱਥੇ ਕਿਲਾ ਬਣਾ ਕੇ ਰਹਿਣ ਲੱਗ ਪਏ ਨੇ, ਮੈਂ ਤਾਂ ਉਹਨਾਂ ਦਾ ਖੁਰਾ ਖੋਜ ਮਿਟਾਣਾ, ਉਹ ਕਿਲੇ ਬਣਾਉਣ ਲੱਗ ਪਏ ਨੇ। ਜੰਗਲਾਂ ਦੀਆਂ ਝੱਲਾਂ 'ਚ ਰਹਿੰਦੇ, ਹੁਣ ਕਿਲੇ ਉਸਾਰਨ ਲੱਗ ਪਏ ਨੇ, ਤਾਂ ਸਿਰੇ ਚੜ੍ਹਨਗੇ। ਉਹਨੇ ਅਦੀਨਾ ਬੇਗ ਨੂੰ ਭੇਜਿਆ। ਚੌਪਈ ਦੀਵਾਨ ਕੋੜਾ ਮਲ ਸਦਿਕਾ ਨਾਲ ਦੀਵਾਨ ਕੌੜਾ ਮੱਲ ਜੀ ਨੂੰ ਵੀ ਭੇਜਿਆ, ਮਜਬੂਰੀ ਬਸ ਉਹਨਾਂ ਨੂੰ ਵੀ ਆਉਣਾ ਪਿਆ। ਉਹ ਨੌਕਰੀ ਜੋ ਕਰਦੇ ਸੀ ਉੱਥੇ ਮੀਰ ਮੰਨੂ ਕੋਲ, ਉਹ ਵੀ ਆਏ ਹੈਣ, ਤਾਂ ਇਹ ਗੁਰੂ ਘਰ ਦੇ ਸਿੱਖ ਸੀ। ਨਾਲ ਇੱਕ ਸਦੀਕ ਬੇਗ ਨਾਮ ਦਾ ਪਠਾਨ ਸੀ, ਉਹ ਵੀ ਆਇਆ। ਅਜੀਜ਼ ਖਾਨ ਥੇ ਸੂਬੇਦਾਰ ਫਿਰ ਅਜੀਜ਼ ਖਾਨ ਨਾਮ ਦਾ ਸੂਬੇਦਾਰ ਸੀ, ਉਹ ਵੀ ਆਇਆ। ਰਾਜੇ ਪਹਾੜੀ ਕਈ ਚੜਾਏ ਪਹਾੜੀ ਰਾਜੇ ਵੀ ਨਾਲ ਚੜ ਕੇ ਆਏ। ਤੋਪ ਖਾਨੋ ਬਹੁ ਸਾਥ ਲਿਆਏ ਚੰਗਾ ਵੱਡਾ ਤੋਪਖਾਨਾ ਲੈ ਕੇ ਆਏ ਵੀ ਸਿੰਘਾਂ ਨੇ ਕਿਲਾ ਬਣਾਇਆ, ਕਿਲਾ ਢਾਵਾਂਗੇ ਤੇ ਸਿੰਘਾਂ ਨੂੰ ਮਾਰਾਂਗੇ। ਤੁਰਕਨ ਤਬ ਰਨ ਗੜੋ ਬਣਾਇਆ ਤੁਰਕ ਆਏ, ਉਹਨਾਂ ਨੇ ਅੱਗੇ ਆ ਕੇ ਰਣ ਥੰਬ ਗੱਡ ਲਿਆ। ਤੁਰਕਾਂ ਨੇ ਰਾਮ ਰੌਣੀ ਕਿਲੇ ਦੇ ਕੋਲ ਰੌਣੀ ਦਰਵਾਜੇ ਸਨਮੁਖ ਤਕਾਇਆ ਰਾਮ ਰੌਣੀ ਦਾ ਜਿਹੜਾ ਵੱਡਾ ਦਰਵਾਜ਼ਾ ਸੀ ਕਿਲੇ ਦਾ ਸਿੰਘਾਂ ਦਾ, ਉਹਦੇ ਸਾਹਮਣੇ ਉਹਨਾਂ ਨੇ ਰਣ ਥੰਬ ਗੱਡ ਕੇ ਤੋਪਾਂ ਬੀੜ ਲਈਆਂ। ਤਬੈ ਖਾਲਸੇ ਬਾਤ ਵਿਚਾਰੀ ਇੱਧਰ ਖਾਲਸੇ ਨੇ ਵਿਚਾਰ ਕੀਤੀ, ਜਿਹੜੇ 500 ਸਿੰਘ ਅੰਦਰ ਸਨ, ਤੁਰਕਨ ਪਾਈ ਹਮ ਪੈ ਭਾਰੀ ਕਿ ਤੁਰਕਾਂ ਨੇ ਸਾਡੇ ਤੇ ਆ ਕੇ ਹਮਲਾ ਕਰ ਦਿੱਤਾ ਹੈ, ਘੇਰਾਬੰਦੀ ਕਰ ਲਈ ਹੈ ਕਿਲੇ ਦੀ। ਹੋਵੋ ਸ਼ਹੀਦ ਓ ਤੁਰਕਨ ਮਾਰੋ ਕਹਿੰਦੇ ਸਿੰਘੋ ਜਾਂ ਤੁਰਕਾਂ ਨੂੰ ਮਾਰੋ ਤੇ ਜਾਂ ਫਿਰ ਆਪ ਮਰ ਕੇ ਸ਼ਹੀਦੀਆਂ ਪਾਵੋ। ਇਹ ਵੀ ਸੁਣੀਐ ਜਗਤ ਅਖਾਰੋ ਕਹਿੰਦੇ ਇਹੋ ਜਿਹਾ ਅਖਾੜਾ ਰਚੋ ਖਾਲਸਾ ਜੀ, ਇਹੋ ਜਿਹਾ ਜੰਗ ਲੜੋ ਕਿ ਲੋਕਾਂ ਦੇ ਵਿੱਚ ਜਦੋਂ ਜੰਗ ਦੇ ਚਰਚੇ ਹੋਣ ਤਾਂ ਰਾਮ ਰੌਣੀ ਦੇ ਜੰਗ ਦਾ ਚਰਚਾ ਵੀ ਸੂਰਮਿਆਂ ਦੀ ਜ਼ੁਬਾਨ ਤੇ ਹੋਵੇ, ਕਿ ਜੇ ਲੜਾਈ ਹੋਵੇ ਕਿਸੇ ਕਿਲੇ ਦੇ ਵਿੱਚ ਡੱਕ ਕੇ ਆਪਣੇ ਆਪ ਨੂੰ ਲੜਿਆ ਜਾਵੇ ਤਾਂ ਉਦਾਂ ਲੜਿਆ ਜਾਵੇ ਜਿਵੇਂ ਰਾਮ ਰੌਣੀ 'ਚ ਸਿੰਘ ਲੜੇ ਸਨ। ਸਤਿ ਸ੍ਰੀ ਅਕਾਲ। ਕਹਿੰਦੇ ਜੰਗਾਂ ਵਿੱਚ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਣ, ਇਹੋ ਜੀ ਬਹਾਦਰੀ ਨਾਲ ਜੰਗ ਕਰੀਏ ਖਾਲਸਾ ਜੀ। ਦੀਨ ਮਜਹਬ ਕੋ ਯਹ ਹੈ ਜੁਦ ਕਿਉਂਕਿ ਇਹ ਜੰਗ ਦੀਨ ਮਜਹਬ ਦਾ ਜੰਗ ਹੈ, ਇਹ ਧਰਮ ਯੁੱਧ ਹੈ, ਆਪਣੇ ਧਰਮ ਨੂੰ ਬਚਾਉਣ ਵਾਸਤੇ ਲੜਨਾ ਹੈ। ਛੂਹੈ ਸ਼ਸਤਰ ਤਨ ਹੋਵਗ ਸੁਧ ਜਿਹੜੇ ਸਰੀਰ ਤੇ ਸ਼ਸਤਰ ਛੂਏਗਾ ਨਾ, ਉਹ ਸਰੀਰ ਸ਼ੁੱਧ ਹੋ ਜਾਏਗਾ। ਜਦੋਂ ਸ਼ਸਤਰ ਵੱਜਦਾ ਨਾ ਸਿੰਘ ਦੇ ਤਨ ਤੇ, ਤਾਂ ਜਿੱਥੇ ਵੱਜੇ ਉਹ ਸਿੰਘ ਕਹਿੰਦਾ ਤਨ ਪਵਿੱਤਰ ਦਾ ਸੀ। ਇੰਨੇ ਨੂੰ ਸਿੰਘ ਇੰਨੀ ਫੁਰਤੀ ਨਾਲ 5-10 ਹੋਰ ਬੰਦਿਆਂ ਨੂੰ ਝੜਕ ਦਿੰਦੇ, ਉਹ ਉੱਥੇ ਲੱਭੀ ਜਾਂਦੇ ਸਿੰਘ ਮਾਰ ਕੇ, ਜਿਵੇਂ ਬਿਜਲੀ ਨਹੀਂ ਚਮਕਦੀ, ਕਦੇ ਇੱਥੇ ਕਦੇ ਉੱਥੇ। ਇਦਾਂ ਜੰਗ ਦੇ ਮੈਦਾਨ 'ਚ ਸਿੰਘ ਇੱਧਰ ਮਾਰਦਿਆਂ ਨਾਲ ਦੂਜੇ ਪਾਸੇ ਮਾਰਨ ਲੱਗ ਪੈਂਦੇ ਐ, ਤੇ ਉਹ ਲੱਭੀ ਜਾਂਦੇ ਵੀ ਗਿਆ ਕਿੱਧਰ ਸਿੰਘ, ਇੰਨੀ ਫੁਰਤੀ ਐ ਸਿੰਘਾਂ ਵਿੱਚ। ਪੈਰ ਪਿਆਦੇ ਘੋੜੇ ਜਿਮ ਧਾਵੈ ਤੇ ਕਹਿੰਦੇ ਪੈਦਲ ਹੀ ਲੜਦੇ ਨੇ ਸਿੰਘ, ਘੋੜੇ ਨਹੀਂ ਉਹਨੇ ਤੇਜ਼ ਦੌੜਦੇ।
ਜਿੰਨੇ ਤੇਜ ਸਿੰਘ ਦੌੜਦੇ ਹਨ, ਇੰਨੀ ਫੁਰਤੀ ਖਾਲਸੇ ਵਿੱਚ। ਘੋੜੇ ਨਹੀਂ ਉਹਨੇ ਦੌੜਦੇ ਜਿੰਨੇ ਉਹ ਪੈਦਲ ਸਿੰਘ ਦੌੜਦੇ ਹਨ। ਰਾਤ ਹਨੇਰੀ ਸਿੰਘ ਜਾਏ ਪਰੈ, ਕਦੇ ਸਿੰਘ ਰਾਤ ਨੂੰ ਹਨੇਰੇ ਵਿੱਚ ਹੀ ਜਾ ਹਮਲਾ ਕਰਦੇ ਨੇ। ਸਿੰਘਨ ਭੁਲਾਵੇ ਤੁਰਕ ਆਪ ਮਰੈ, ਤੇ ਸਿੰਘਾਂ ਦੇ ਭੁਲੇਖੇ ਤੁਰਕ ਆਪਸ ਵਿੱਚ ਇੱਕ ਦੂਜੇ ਨੂੰ ਵੱਢ ਕੇ ਮਾਰ ਦਿੰਦੇ ਵੀ ਸਿੰਘ ਆ ਗਿਆ, ਸਿੰਘ ਆ ਗਿਆ। ਸਿੰਘ ਉੱਥੋਂ ਵਿੱਚ ਹਰਨ ਭਰਨ ਹੋ ਕੇ ਵਾਪਸ ਆ ਜਾਂਦੇ। ਸਿੰਘ 100 ਸੰਪੈ ਭਾਰੀ, ਕਹਿੰਦੇ ਸਿੰਘ ਇਸ ਪ੍ਰਕਾਰ ਨਾਲ 100 ਸੀਗਾ। ਇਸ ਬਿਦ ਥੋੜੇ ਬਹੁ ਕਰਨ ਖੁਆਰੀ, ਤੇ ਕਹਿੰਦੇ ਥੋੜੇ ਹੋਣ ਕਰਕੇ ਉਹ ਬਹੁਤੇ ਨੇ, ਉਹਨਾਂ ਦੀ ਬਹੁਤੀ ਖੁਆਰੀ ਹੁੰਦੀ ਹੈ ਤੁਰਕਾਂ ਦੀ। ਦੋਹਰਾ ਲੁਕਿਓ ਛਪਿਓ ਕੋ ਸਿੰਘ ਤਬ ਝਾੜਨ ਖੰਡਨ ਹੋਏ। ਫਿਰ ਉਧਰ ਜੰਗਲਾਂ 'ਚ ਜਿਹੜੇ ਸਿੰਘ ਲੁਕੇ ਛਿਪੇ ਨੇ, ਖੱਡਾਂ ਵਿੱਚ ਰਹਿਣ ਵਾਲੇ ਨੇ, ਉਹਨਾਂ ਨੇ ਜਦੋਂ ਸੁਣਿਆ ਕਿ ਅੰਮ੍ਰਿਤਸਰ ਸਾਹਿਬ ਜੰਗ ਹੋ ਰਿਹਾ, ਕਿਲੇ 'ਚ ਸਾਡੇ ਭਰਾ ਘਿਰੇ ਨੇ, ਜਦੋਂ ਉਹਨਾਂ ਜੰਗਲਾਂ ਵਿੱਚ ਸਿੰਘਾਂ ਨੇ ਸੁਣਿਆ, ਤੁਰਕਨ ਯੋ ਪਰਿਆ ਪਰੈ ਹੋਣ ਸ਼ਹੀਦੈ ਸੋਏ। ਉਹ ਅੰਦਰੋਂ ਕਿਲੇ 'ਚੋਂ ਵੀ ਲੜਦੇ ਸਿੰਘ, ਤੇ ਜਿਹੜੇ ਰਾਤ ਬਰਾਤੇ ਸਿੰਘ ਬਾਹਰ ਜੰਗਲਾਂ 'ਚ ਨੇ, ਉਹ ਬਾਹਰੋਂ ਆ ਕੇ ਮਾਰ ਜਾਂਦੇ ਤੁਰਕਾਂ ਨੂੰ। ਉਹ ਕਹਿੰਦੇ ਆ ਬਾਹਰੋਂ ਪਤਾ ਨਹੀਂ ਕਿੱਥੋਂ ਆਉਂਦੇ ਆ। ਅੰਦਰ ਵਾਲਿਆਂ ਨਾਲ ਉਹਨਾਂ ਦਾ ਧਿਆਨ ਅੰਦਰ ਹੁੰਦਾ, ਸਿੰਘ ਬਾਹਰੋਂ ਵੀ ਆ ਜਾਂਦੇ ਜੰਗਲਾਂ 'ਚੋਂ। ਮਾਰ ਕੁੱਟ ਕੇ ਉਹਨਾਂ ਨੂੰ ਚੀਰਦੇ ਸਿੰਘ ਕਿਲੇ 'ਚ ਵੀ ਵੜ ਜਾਂਦੇ ਨੇ, ਕਈ ਸ਼ਹੀਦੀਆਂ ਵੀ ਪਾ ਜਾਂਦੇ ਨੇ। ਚੋਪਈ ਤਬ ਤੁਰਕਨ ਨੇ ਸੁਰੰਗ ਲਗਾਈ, ਤੁਰਕਾਂ ਨੇ ਹੁਣ ਕਿਲੇ 'ਚ ਵੜਨ ਵਾਸਤੇ ਸੁਰੰਗ ਪੁੱਟੀ। ਸਿੰਘਨ ਡੂੰਗੀ ਕਰੀ ਅਗਿਓ ਖਾਈ, ਸਿੰਘਾਂ ਨੇ ਖਾਈ ਡੂੰਗੀ ਕਰ ਲਈ ਹੋਰ ਅੱਗੋਂ। ਮਦ ਖਾਈ ਬਹੁ ਸਿੰਘ ਬਹਿ ਰਹੇ, ਔਰ ਉਸ ਖਾਈ ਦੇ ਵਿੱਚ ਸਿੰਘ ਬੈਠੇ ਹਨ। ਸੁਰੰਗ ਅਗੈ ਨਹੀਂ ਚੱਲਨੇ ਦਹੇ, ਤੁਰਕਾਂ ਵੱਲੋਂ ਪੁੱਟੀ ਸੁਰੰਗ ਨੂੰ ਸਿੰਘ ਅੱਗੇ ਨਹੀਂ ਚੱਲਣ ਦਿੰਦੇ। ਲੜ ਕੇ ਮਰਨੋਂ ਡਰੈ ਸਿੰਘ ਨਾਹੀ, ਲੜ ਕੇ ਮਰਨ ਤੋਂ ਸਿੰਘ ਡਰਦੇ ਨਹੀਂ, ਖੌਫ ਨਹੀਂ ਰੱਖਦੇ। ਖਰਚ ਗਇਓ ਮੁਕ ਗਮ ਭਇਓ ਤਾਹੀ, ਸਮੱਸਿਆ ਇਹ ਆਈ ਵੀ ਸਿੰਘਾਂ ਕੋਲ ਅੰਦਰ ਖਰਚ ਮੁੱਕ ਗਿਆ। ਕਿੰਨੇ ਕੁ ਦਿਨਾਂ ਦਾ ਰਾਸ਼ਨ ਸੀਗਾ, ਉਹ ਥੋੜਾ ਬਹੁਤਾ ਜਿਹੜਾ ਰਾਸ਼ਨ ਸੀ ਉਹ ਮੁੱਕ ਗਿਆ। ਬਹੁ ਭੀੜ ਤਹਿ ਤੁਰਕਨ ਪਾਈ, ਤੁਰਕਾਂ ਨੇ ਬਹੁਤ ਵੱਡੀ ਭੀੜ ਇਕੱਠੀ ਕੀਤੀ ਚਾਰੇ ਪਾਸਿਓਂ। ਸਿੰਘਨ ਬਾਤ ਮੋਤ ਲੈ ਆਈ, ਹੁਣ ਕਹਿੰਦੇ ਏਦਾਂ ਗੱਲ ਚੱਲ ਪਈ, ਕਹਿੰਦੇ ਸਿੰਘਾਂ ਦੀ ਮੌਤ ਆ ਗਈ ਆ ਮਾਨੋ ਬਾਹਰੋਂ ਚੱਲ ਕੇ। ਤਬ ਹੈ ਖਾਲਸੇ ਬਾਤ ਵਿਚਾਰੀ, ਖਾਲਸੇ ਨੇ ਵਿਚਾਰ ਕੀਤੀ। ਨੱਠ ਗਏ ਪਤ ਜਾਏ ਹਮਾਰੀ, ਕਹਿੰਦੇ ਸਿੰਘੋ ਜੇ ਇੱਥੋਂ ਨੱਠ ਕੇ ਜਾਂਦੇ ਆ ਤੇ ਸਾਡੀ ਇੱਜ਼ਤ ਨਹੀਂ ਰਹਿੰਦੀ, ਵੀ ਵੱਡੇ ਕਿਲੇ ਬਣਾ ਕੇ ਰਹਿੰਦੇ ਸੀ ਅਸੀਂ ਭਜਾ ਦਿੱਤੇ ਆ। ਕਹਿੰਦੇ ਜੇ ਨੱਠ ਗਏ ਤੇ ਸਾਡੀ ਇੱਜ਼ਤ ਨਹੀਂ ਰਹਿਣੀ। ਲੜ ਕੇ ਮਰਨ ਬਾਤ ਹੈ ਖੂਬ, ਹੁਣ ਤਾਂ ਲੜ ਕੇ ਮਰਨਾ ਹੀ ਸਾਡੇ ਲਈ ਖੂਬ ਹੈ। ਜਗ ਮੈਂ ਸਾਕੋ ਹੋ ਗਏ ਅਜੂਬ, ਤੇ ਕਹਿੰਦੇ ਜੱਗ 'ਚ ਅਜੂਬਾ ਸਾਕਾ ਸੁਣਾਇਆ ਜਾਵੇਗਾ। ਕਰਕੇ ਹੱਲਾ ਇੱਕ ਵੱਲ ਪਾਹੋ, ਕਹਿੰਦੇ ਕਰਕੇ ਹੱਲਾ ਇੱਕ ਵਾਰੀ 70 ਵਿਛਾ ਦਿਓ ਤੁਰਕਾਂ ਦੇ, ਤੁਰਕਨ ਕੇ ਸਿਰ ਸੀਸ ਲਗਾਓ, ਔਰ ਮਰ ਕੇ ਆਪਣੇ ਸਿਰ ਤੁਰਕਾਂ ਦੇ ਸਿਰ ਲਾ ਦਿਓ, ਸ਼ਹੀਦੀਆਂ ਪਾਵੋ। ਦੋ ਦੋ ਚਾਰ ਚਾਰ ਲੈ ਮਰੋ, ਕਹਿੰਦੇ 2 2 4 4 8 8 10 10 ਜਿੰਨੇ ਮਾਰੇ ਜਾਂਦੇ ਆ ਮਾਰ ਕੇ ਮਰੋ। ਤੁਰਕਨ ਸੋਇਓ ਜੁੱਧੋ ਕਰੋ, ਔਰ ਇਹਨਾਂ ਮਲੇਛਾਂ ਨਾਲ ਤੁਰਕਾਂ ਨਾਲ ਘਮਾਸਾਨ ਯੁੱਧ ਕਰੋ ਖਾਲਸਾ ਜੀ। ਦੋਹਰਾ ਕਰ ਹੱਲਾ ਤਿਨ ਪਰ ਪਰੇ ਲਿਓ ਮੋਰਚੋ ਮਾਰ, ਏਦਾਂ ਸਿੰਘਾਂ ਨੇ ਹੱਲਾ ਕਰਕੇ ਬਾਹਰ ਜਿਹੜਾ ਤੁਰਕਾਂ ਦਾ ਇੱਕ ਮੋਰਚਾ ਸੀ ਉਹ ਮਾਰ ਲਿਆ। ਉਤੋ ਜੋ ਦੀਨਾ ਬੇਗ ਕੋ ਸੋ ਪੈ ਗਿਓ ਖੁਆਰ, ਉਹ ਮੋਰਚਾ ਦੀਨਾ ਬੇਗ ਦਾ ਸੀ ਜਲੰਧਰੀਏ ਦਾ। ਕਹਿੰਦੇ ਉਹਨੂੰ ਮਾਰ ਕੇ ਸਿੰਘਾਂ ਨੇ ਖੁਆਰ ਕੀਤਾ। ਚੋਪਈ ਫੇਰ ਸਦੀਕੇ ਮੋਰਚਾ ਮਾਰਿਓ, ਫਿਰ ਜਿਹੜਾ ਸਦੀਕ ਬੇਗ ਸੀ ਉਹਦਾ ਮੋਰਚਾ ਮਾਰਿਆ। 20 ਸਿੰਘਨ ਤੇ ਤਿੰਨ ਨਾ ਸੰਭਾਰਿਓ, ਕਹਿੰਦੇ 20 ਸਿੰਘਾਂ ਨੇ ਹੀ ਮਾਰ ਮੁਕਾਇਆ। ਸਦੀਕ ਬੇਗ 20 ਸਿੰਘਾਂ ਦਾ ਹੱਲਾ ਵੀ ਨਹੀਂ ਝੱਲ ਸਕਿਆ। ਸਿੰਘ ਮਜੈਲ ਵੱਡ ਜੋਧੇ ਭਾਰੇ, ਮਾਝੇ ਦੇ ਸਿੰਘ ਬੜੇ ਯੋਧੇ ਸੂਰਮੇ ਨੇ, ਪੀਤੀ ਪਾਹਲੇ ਉਨ ਖੰਡੇ ਦੁਧਾਰੇ, ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀਆ। 2 ਧਾਰੇ ਖੰਡੇ ਦੀ ਪੌਲ ਛਕੀ ਐ। ਦੋਹਰਾ ਇਸ ਵਿਦ ਨਿਤ ਪ੍ਰਤ ਖਾਲਸੇ ਤੁਰਤ ਲੜਾਈ ਹੋਏ, ਏਦਾਂ ਰੋਜ਼ ਹੀ ਲੜਾਈ ਹੁੰਦੀ ਆ, ਰੋਜ਼ ਹੀ ਜੰਗ ਯੁੱਧ ਹੁੰਦਾ। ਸਿੰਘ ਨ ਤੁਰਕਨ ਤੇ ਮੁਕੈ ਇੱਕ ਮਰੇ ਵਰੈ ਆਦ ਦੋਏ, ਤੁਰਕਾਂ ਕੋਲੋਂ ਸਿੰਘ ਮੁੱਕਦੇ ਨਹੀਂ ਪਏ, ਜੇ ਇੱਕ ਮਰਦਾ ਤੇ 2 ਸਿੰਘ ਬਾਹਰੋਂ ਪਤਾ ਨਹੀਂ ਕਿੱਧਰੋਂ ਅੰਦਰ ਆ ਕੇ ਵੜ ਜਾਂਦੇ ਆ। 2 ਮਾਰਦੇ ਨੇ ਤੁਰਕ ਤੇ 4 ਆ ਜਾਂਦੇ ਨੇ। ਇਹੋ ਜੀ ਖੇਡ ਮਹਾਰਾਜ ਜੀ ਦੀ ਬਣੀ ਐ। ਸਿੰਘ ਸਮਰ ਮੁਕੈ ਨਹੀਂ ਜੈਸੇ ਓਗਲ ਨੀਰ, ਕਹਿੰਦੇ ਸਿੰਘ ਮਰ ਕੇ ਨਹੀਂ ਮੁੱਕਣ ਵਾਲੇ,
ਜਿਵੇਂ ਕਿਸੇ ਚਸ਼ਮੇ ਦਾ ਪਾਣੀ ਹੁੰਦਾ ਨਾ, ਆਪਣੇ ਆਪ ਫੁੱਟਦਾ ਹੈ, ਉਹਦੇ ਵਿੱਚ ਪਾਣੀ ਮੁੱਕਦਾ ਨਹੀਂ, ਉਹ ਫੁੱਟਦਾ ਚਲਿਆ ਜਾਂਦਾ ਹੈ। ਕਹਿੰਦੇ ਇਦਾਂ ਸਿੰਘ ਮਰ ਕੇ ਨਹੀਂ ਮੁੱਕਦੇ, ਵੱਧਦੇ ਚਲੇ ਜਾਂਦੇ ਨੇ। ਲੁਕੇ ਛਪੇ ਜੇ ਟਿਗ ਹੁਤੇ ਆਏ ਜਿਤ ਕਿਤ ਵੜਾ ਤਤਬੀਰ। ਜਿਹੜੇ ਨੇੜੇ ਤੇੜੇ ਲੁਕੇ ਛਿਪੇ ਸਿੰਘ ਸੀ ਜੰਗਲਾਂ ਚੋਂ, ਕਿਸੇ ਤਰਕੀਬ ਨਾਲ ਵੈਰੀਆਂ ਦੇ ਘੇਰੇ ਨੂੰ ਰਾਤ ਬਰਾਤੇ ਚੀਰ ਕੇ ਅੰਦਰ ਰਾਮ ਰੌਣੀ ਦੇ ਕਿਲੇ 'ਚ ਬਾਕੀ ਸਿੰਘਾਂ ਕੋਲ ਆ ਫਤਿਹ ਗਜਾਉਂਦੇ ਨੇ। ਚੌਪਈ ਜਿਮ ਜਿਮ ਸਿੰਘ ਸੁਨੈ ਸਿੰਘ ਮਰੈ। ਜਿਵੇਂ ਜਿਵੇਂ ਸਿੰਘ ਸੁਣਦੇ ਆ ਵੀ ਸਿੰਘ ਸ਼ਹੀਦੀਆਂ ਪਾ ਰਹੇ ਨੇ, ਔਰ ਸਿੰਘ ਜਿਮ ਤਿਮ ਤਹਿ ਵਰੈ। ਹੋਰ ਸਿੰਘ ਆ ਕੇ ਉੱਥੇ ਪਹੁੰਚ ਜਾਂਦੇ ਹਨ। ਜੋ ਕਉ ਸਿੰਘ ਨ ਵਰਨੇ ਪਾਵੈ। ਜੇ ਕਿਸੇ ਸਿੰਘ ਦੇ ਕੋਲੋਂ ਅੰਦਰ ਵੜਨਾ ਔਖਾ ਹੈ, ਦੰਤ ਪੀਸ ਚੌ ਫੇਰੇ ਧਾਵੈ। ਉਹ ਦੰਦ ਪੀਂਦਾ ਤੁਰਕਾਂ ਦੇ ਬਾਰ-ਬਾਰ ਚੁਫੇਰੀ ਫਿਰੀ ਜਾਂਦਾ ਸਿੰਘ। ਜੇ ਕਿਸੇ ਕੋਲੋਂ ਨਹੀਂ ਵੀ ਨਾ ਵੜ ਹੁੰਦਾ ਅੰਦਰ, ਤੇ ਇੰਨਾ ਬੀਰਸ ਸਿੰਘਾਂ ਨੂੰ ਆਇਆ ਹੁੰਦਾ ਵੀ ਉਹ ਚਫੇਰੇ ਹੀ ਫਿਰੀ ਜਾਂਦੇ ਤੁਰਕਾਂ ਦੇ, ਵੀ ਦਾ ਮਿਲੇ ਤੇ ਬਾਹਰੋਂ ਹੀ ਤੁਰਕਾਂ ਨੂੰ ਝਟਕ ਦਈਏ। ਕਹੈ ਮਰਾਂਗੇ ਉਨਕੇ ਸਾਥ। ਉਹ ਕਹਿੰਦੇ ਅਸੀਂ ਜੇ ਮਰਾਂਗੇ ਆਪਣੇ ਭਰਾਵਾਂ ਨਾਲ ਰਲ ਕੇ ਮਰਾਂਗੇ, ਜਿਹੜੇ ਰਾਮ ਰੌਣੀ ਦੇ ਕਿਲੇ 'ਚ ਸ਼ਹੀਦੀਆਂ ਪਾ ਰਹੇ ਨੇ। ਉਨੈ ਦਿਖਾਵੈ ਮਿਲ ਹਮ ਹਾਥ। ਕਹਿੰਦੇ ਉਹਨਾਂ ਦੇ ਨਾਲ ਹੀ ਮਰਾਂਗੇ, ਜੇ ਮਰਾਂਗੇ ਤਾਂ ਹੀ ਅੱਗੇ ਰੱਬ ਦੀ ਦਰਗਾਹ ਵਿੱਚ ਜਾ ਕੇ ਉਹਨਾਂ ਨੂੰ ਹੱਥ ਮਿਲਾਉਣ ਜੋਗੇ ਹੋਵਾਂਗੇ। ਜੇ ਅਸੀਂ ਜਾਨ ਬਚਾ ਕੇ ਉਹਨਾਂ ਨੂੰ ਮਰਨ ਦੇ ਦਿੱਤਾ ਤੇ ਕੀ ਮੂੰਹ ਲੈ ਕੇ ਜਾਵਾਂਗੇ ਉਹਨਾਂ ਕੋਲ? ਮਰਨਾ ਤਾਂ ਹੈ ਹੀ ਹੈ, ਫਿਰ ਕੀ ਮੂੰਹ ਵਿਖਾਵਾਂਗੇ ਆਪਣੇ ਉਹਨਾਂ ਸ਼ਹੀਦ ਭਰਾਵਾਂ ਨੂੰ? ਜੇ ਉਨ ਕੋ ਹਮ ਕਰੈ ਨਾ ਸਾਥ। ਜੇ ਅਸੀਂ ਉਹਨਾਂ ਦੇ ਨਾਲ ਹੁਣ ਨਾ ਸ਼ਹੀਦੀ ਪਾਈ, ਗੁਰ ਦਰਗਾਹ ਕਿਆ ਦਿਖਾਵੈ ਮਾਤ। ਤੇ ਫਿਰ ਸਤਿਗੁਰਾਂ ਦੀ ਦਰਗਾਹ ਵਿੱਚ ਕੀ ਮੂੰਹ ਲੈ ਦੁਆਰ ਲੈ ਤੁਰਕਨ ਲਖੀ ਇਹ ਰੀਤ। ਕਹਿੰਦੇ ਇੱਕ ਮਰਦਾ ਸਿੰਘ ਤੇ ਦੋ ਆ ਕੇ ਰਲ ਜਾਂਦੇ ਆ। ਤੁਰਕ ਬੜੇ ਹੈਰਾਨ ਹੁੰਦੇ ਆ ਵੀ ਇਹ ਮੁੱਕਣ ਤੇ ਨਹੀਂ ਆਉਂਦੇ। ਕਈ ਦਿਨ ਹੋ ਗਏ ਨੇ ਘੇਰਾ ਪਾਇਆ ਰਾਮ ਰੌਣੀ ਨੂੰ, 500 ਸੁਣੇ ਸੀ ਅੰਦਰ, ਪਤਾ ਨਹੀਂ ਕਿੰਨੇ ਕੁ ਮਾਰੇ ਗਏ। ਜਿੰਨੇ ਮਾਰਦੇ ਆ ਉਹਨੇ ਹੋਰ ਆ ਜਾਂਦੇ ਨੇ, ਇਹ ਤਾਂ ਮੁੱਕਦੇ ਹੀ ਨਹੀਂ। ਤੁਰਕ ਬੜੇ ਦੁਖੀ ਹੋਏ। ਬੁਰਜ ਉਸਾਰ ਖਾਈ ਪਟੀ ਛੜਿਓ ਨਾ ਰਸ ਤੋ ਕੀਤ। ਕੀ ਕੀਤਾ ਤੁਰਕਾਂ ਨੇ? ਬਾਹਰੋਂ ਸਖਤੀ ਕਰਕੇ ਨਾ ਬਾਹਰ ਦੂਰੋਂ ਖਾਈ ਪੁੱਟ ਕੇ ਤੇ ਉੱਚੇ ਉੱਚੇ ਮਿੱਟੀ ਦੇ ਬੁਰਜ ਉਸਾਰ ਲਏ ਵੀ ਜਿਹੜਾ ਕੋਈ ਸਿੰਘ ਬਾਹਰੋਂ ਜਾਏਗਾ ਤੇ ਹੁਣ ਜਾਣ ਤੋਂ ਰੋਕਾਂਗੇ। ਚੌਪਈ ਜੋ ਲੋ ਸਿੰਘ ਵੜਤ ਥੇ ਧਾਈ। ਜਿਹੜੇ ਸਿੰਘ ਪਹਿਲਾਂ ਆ ਜਾਂਦੇ ਸਨ ਬਾਹਰੋਂ, ਦਾਰੂ ਸਿੱਕੇ ਲੈ ਪੀ ਆਈ। ਉਹ ਸਿੰਘ ਬੋਰੀਆਂ ਭਰ ਕੇ ਦਾਰੂ ਸਿੱਕਾ ਵੀ ਲੈ ਆਉਂਦੇ ਸੀ ਅੰਦਰ, ਬਰੂਦ ਲੈ ਆਉਂਦੇ ਸੀ, ਤੀਰ ਲੈ ਆਉਂਦੇ ਸੀ। ਜਿਹੜੇ ਬਾਹਰੋਂ ਆ ਕੇ ਅੰਦਰ ਪਹੁੰਚਦੇ ਸਨ, ਸਿੰਘ ਵੜਨ ਤੇ ਜਬ ਉਨ ਘੇਰੇ। ਪਰ ਜਦੋਂ ਤੁਰਕਾਂ ਨੇ ਬਾਹਰੋਂ ਸਖਤੀ ਕਰ ਦਿੱਤੀ, ਸਿੰਘਾਂ ਨੂੰ ਵੜਨ ਤੋਂ ਰੋਕ ਦਿੱਤਾ ਬਾਹਰੋਂ, ਸਿੰਘਨ ਲਖਿਓ ਮਰਨ ਆਇਓ ਨੇਰੇ। ਹੁਣ ਅੰਦਰਲੇ ਸਿੰਘਾਂ ਨੇ ਵੇਖਿਆ ਹੁਣ ਮੌਤ ਆ ਗਈ ਹੈ ਨੇੜੇ। ਮਾਰੋ ਮੁਰਚਾ ਜੋ ਨੇੜੇ ਆਇਆ। ਜਿਹੜਾ ਤੁਰਕਾਂ ਦਾ ਮੋਰਚਾ ਨੇੜੇ ਆਵੇ ਹੁਣ ਮਾਰ ਮੁਕਾਓ। ਸਿੰਘਨ ਨੇ ਮਤ ਯੋ ਠਹਿਰਾਇਆ। ਏਦਾਂ ਮਤ ਕੀਤਾ ਸਿੰਘਾਂ ਨੇ, ਸਲਾਹ ਪਕਾਈ। ਮਾਰੋ ਮਰੋ ਉਹ ਸ਼ਹੀਦੀ ਲੇਹੋ। ਕਹਿੰਦੇ ਮਾਰ ਕੇ ਮਰੋ ਤੇ ਸ਼ਹੀਦੀਆਂ ਪਾਵੋ। ਦੀਨਾ ਬੇਗ ਕੋ ਢੋਲ ਮਰੇ ਹੋ। ਕਹਿੰਦੇ ਸਭ ਤੋਂ ਪਹਿਲਾਂ ਦੀਨਾ ਬੇਗ ਦੀ ਭਾਲ ਕਰੋ, ਉਹਨੂੰ ਲੱਭ ਕੇ ਮਾਰੀਏ ਜਿਹੜਾ ਇਹਨਾਂ ਦਾ ਜਰਨੈਲ ਹੈ। ਦੋਹਰਾ ਜਬੈ ਖਾਲ ਸੋਇਓ ਮਥੀ ਤਹਿ ਵੜਿਓ ਸਿੰਘ ਇੱਕ ਆਏ। ਕਹਿੰਦੇ ਜਦੋਂ ਇਹ ਸਿੰਘਾਂ ਨੇ ਵਿਚਾਰ ਕੀਤੀ, ਇੰਨੇ ਨੂੰ ਬਾਹਰੋਂ ਇੱਕ ਸਿੰਘ ਅੰਦਰ ਆ ਪਹੁੰਚਿਆ ਕਿਸੇ ਤਰੀਕੇ। ਉਨੈ ਆਨ ਐਸੇ ਕਹਿਓ ਇਹ ਮੋਰਚੋ ਸਿੰਘ ਨਵਾਏ। ਉਹ ਆ ਕੇ ਕਹਿਣ ਲੱਗੇ ਖਾਲਸਾ ਜੀ ਤੁਸੀਂ ਹਮਲਾ ਕਰਨ ਲੱਗੇ ਹੋ, ਜਿਹੜਾ ਮੋਰਚਾ ਮਾਰਨ ਚੱਲੇ ਹੋ, ਇਹ ਮੋਰਚਾ ਅੱਗੇ ਜਿਹੜਾ ਤੁਰਕਾਂ ਵਾਲੇ ਪਾਸੇ ਲੱਗਾ ਉਹ ਵੀ ਸਿੰਘਾਂ ਦਾ। ਉਹ ਕਹਿੰਦੇ ਸਿੰਘਾਂ ਦਾ ਮੋਰਚਾ ਬਾਹਰ ਸਾਡੇ ਖਿਲਾਫ ਲੜ ਰਹੇ ਨੇ। ਕਹਿੰਦੇ ਹਾਂ, ਅਦੀਨਾ ਬੇਗ ਦੇ ਕੋਲ ਨੌਕਰੀ ਕਰਦੇ ਸਨ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਉਹਨਾਂ ਨਾਲ ਸਿੰਘ ਸੀ, ਉਹ ਨੌਕਰੀ ਕਰਦੇ ਸੀ ਉੱਥੇ। ਉਹ ਅਦੀਨਾ ਬੇਗ ਉਹਨਾਂ ਨੂੰ ਸਿੰਘਾਂ ਦੇ ਖਿਲਾਫ ਹੀ ਲੜਨ ਲਿਆਇਆ ਸੀ ਬਾਹਰ। ਅੰਦਰ ਸਿੰਘ ਤਿਆਰੀਆਂ ਕਰ ਰਹੇ ਨੇ ਵੀ ਬਾਹਰ ਹਮਲਾ ਕਰਕੇ ਮੋਰਚਾ ਮਾਰਨਾ। ਸਿੰਘਾਂ ਕੋਲੋਂ ਸਿੰਘ ਮਰਨੇ ਸੀ, ਔਖਾ ਹੋਣਾ ਸੀ ਇਹ ਕੰਮ, ਵੀ ਬਾਹਰ ਵੀ ਸਿੰਘ ਜੱਸਾ ਸਿੰਘ ਹੈ, ਅੰਦਰ ਸਿੰਘ ਸਨ। ਉਹ ਬਾਹਰੋਂ ਆਏ ਸਿੰਘ ਨੇ ਅੰਦਰ ਖਬਰ ਦਿੱਤੀ, ਖਾਲਸਾ ਜੀ ਇਹ ਜਿਹੜਾ ਸਾਹਮਣੇ ਮੋਰਚਾ ਹੈ ਇਹ ਜੱਸਾ ਸਿੰਘ ਰਾਮਗੜੀਏ ਦਾ ਮੋਰਚਾ ਹੈ। ਚੌਪਈ ਸਿੰਘ ਤਰਖਾਨ ਜੱਸਾ ਸਿੰਘ ਜੋਏ। ਇਹ ਤਰਖਾਨ ਭਾਈਚਾਰੇ ਚੋਂ ਸਿੰਘ ਸਜਿਆ ਸੀ ਜੱਸਾ ਸਿੰਘ। ਦੀਨੋ ਸਿੰਘਨ ਛੇਕ ਥੋ ਸੋਏ। ਇਹ ਭਗਵਾਨ ਸਿੰਘ ਦਾ ਪੁੱਤਰ ਸੀ। ਕਿਸੇ ਤਰੀਕੇ ਕੋਈ ਪੁਰਾਤਨ ਸਮੇਂ ਦੀਆਂ ਖੇਡਾਂ ਸਨ,
ਇਹ ਪੰਥ ਤੋਂ ਥੋੜੇ ਸਮੇਂ ਲਈ ਜੱਸਾ ਸਿੰਘ ਰਾਮਗੜੀਆ ਜੀ ਵੱਖਰੇ ਹੋ ਗਏ ਸਨ। ਹਾਂਜੀ, ਸੋ ਆਏ ਦੀਨਾ ਬੇਗ ਪੈ ਰਹਾ। ਉਹ ਦੀਨਾ ਬੇਗ ਕੋਲ ਆ ਕੇ ਨੌਕਰੀ ਕਰਨ ਲੱਗ ਪਏ ਸੀ ਜੱਸਾ ਸਿੰਘ ਰਾਮਗੜੀਆ ਜੀ। ਸਿੰਘ ਸੈਂਕਰੋ ਉਸ ਸੰਗ ਆਹ। ਔਰ ਤਕਰੀਬਨ 200-300 ਸਿੰਘ ਉਹਨਾਂ ਦੇ ਨਾਲ ਸਨ। ਤੋ ਸਿੰਘ ਯੋ ਅਬ ਬਚਨ ਉਚਾਰੇ। ਹੁਣ ਉਹ ਸਿੰਘ ਨੇ ਬਚਨ ਕਹੇ। ਹਮ ਪੀ ਮਰੈ ਸੋ ਸਿੰਘਨ ਨਾਰੇ। ਜੱਸਾ ਸਿੰਘ ਰਾਮਗੜੀਏ ਨੇ ਸੁਨੇਹਾ ਭੇਜਿਆ, ਖਾਲਸਾ ਜੀ ਮੈਂ ਤੁਹਾਡੇ ਖਿਲਾਫ ਨਹੀਂ ਲੜ ਸਕਦਾ, ਮੇਰੇ ਅੰਦਰ ਨਹੀਂ ਕੋਈ ਵੜ ਵੇਖਦਾ ਕਿ ਮੈਂ ਦੁਸ਼ਮਣਾਂ ਵੱਲੋਂ ਆਇਆ ਤੁਹਾਡੇ ਨਾਲ ਲੜਨ। ਮੈਂ ਖਾਲਸੇ ਦੀ ਸ਼ਰਨ ਆ ਕੇ ਖਾਲਸੇ ਨਾਲ ਰਲਣਾ ਚਾਹੁੰਦਾ। ਐਸਾ ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਰਾਮਗੜੀਏ ਦੇ ਘਰ ਕੋਈ ਕੰਨਿਆ ਹੋਈ, ਪਰਮੇਸ਼ਰ ਵੱਲੋਂ ਆਪਣੇ ਆਪ ਮਰ ਗਈ ਜਾਂ ਘਰ ਵਿੱਚ ਮਾਈਆਂ ਬੀਬੀਆਂ ਮਾਰ ਦਿੰਦੀਆਂ ਸੀ, ਤਾਂ ਪੰਥ ਨੇ ਇਹਨਾਂ ਦਾ ਬਾਟਾ ਵੱਖਰਾ ਕਰ ਦਿੱਤਾ ਸੀ। ਉਦੋਂ ਜੱਸਾ ਸਿੰਘ ਰਾਮਗੜੀਆ ਜੀ ਨਾਰਾਜ਼ ਹੋ ਕੇ ਪੰਥ ਨਾਲ ਦੀਨਾ ਬੇਗ ਦੇ ਕੋਲ ਜਾ ਕੇ ਜਲੰਧਰ ਵਾਲੇ ਨਵਾਬ ਕੋਲ ਉਹਨਾਂ ਨੌਕਰੀ ਕਰ ਲਈ ਸੀ। ਉਹ ਹੁਣ ਖਾਲਸੇ ਤੇ ਆਇਆ ਚੜ੍ਹ ਕੇ ਰਾਮ ਰੌਣੀ। ਜੱਸਾ ਸਿੰਘ ਨੇ ਆਖਿਆ ਵੀ ਮੈਂ ਆਪਣੇ ਸਿੰਘਾਂ ਭਰਾਵਾਂ ਦੇ ਖਿਲਾਫ ਕਿਵੇਂ ਲੜਾਂ, ਭਾਵੇਂ ਤੁਰਕਾਂ ਵੱਲੋਂ ਆਇਆ। ਹੁਣ ਜੱਸਾ ਸਿੰਘ ਜੀ ਵਿਚਾਰ ਕਰਦੇ ਵੀ ਮੈਂ ਹੁਣ ਪੰਥ ਵਿੱਚ ਰਲ ਜਾਵਾਂ ਤੇ ਠੀਕ ਹੈ। ਜੇ ਤੁਮ ਹਮ ਕੋ ਲੇਵੋ ਮੇਲ। ਜੱਸਾ ਸਿੰਘ ਜੀ ਨੇ ਸੁਨੇਹਾ ਭੇਜਿਆ, ਖਾਲਸਾ ਜੀ ਜੇ ਤੁਸੀਂ ਮੈਨੂੰ ਹੁਣ ਆਪਣੀ ਸ਼ਰਨ ਚ ਮੇਲ ਲਵੋ, ਆਏ ਰਲੈ ਹਮ ਤੁਮਰੀ ਗੈਰ। ਅਸੀਂ ਤੁਹਾਡੇ ਨਾਲ ਆ ਕੇ ਰਲ ਜਾਂਦੇ ਹਾਂ। ਸਿੰਘਨ ਕਹਿਓ ਅਬ ਆਖਰੀ ਵੇਲਾ। ਸਿੰਘਾਂ ਨੇ ਵੀ ਸੁਨੇਹਾ ਭੇਜਿਆ, ਜੱਸਾ ਸਿੰਘ ਅਖੀਰਲਾ ਵੇਲਾ ਹੁਣ ਮਿਲਣ ਦਾ। ਜੇ ਤੁਮ ਕਰੋ ਹਮੈ ਸੰਗ ਮੇਲਾ। ਜੇ ਹੁਣ ਤੂੰ ਸਾਡੇ ਨਾਲ ਮੇਲ ਕਰ ਸਕਦਾ ਤੇ ਹੁਣ ਕਰ ਲੈ। ਯਹ ਬਦਲੋ ਤੋਹਿ ਦੇਵੈਂਗੋ ਗੁਰੂ। ਤੇ ਜੇ ਤੂੰ ਹੁਣ ਆ ਕੇ ਰਲਦਾ ਤੇ ਤੇਰੇ ਤੇ ਗੁਰੂ ਕੀਆਂ ਬਖਸ਼ਿਸ਼ਾਂ ਵਰਤਣਗੀਆਂ ਜੱਸਾ ਸਿਆਂ, ਇਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ। ਬਚਨ ਖਾਲਸੇ ਤੁਮ ਹੋਏ ਫੁਰੂ। ਖਾਲਸੇ ਦਾ ਔਰ ਪੰਥ ਦੇ ਨਾਲ ਰਲ ਕੇ ਵੈਰੀਆਂ ਨਾਲ ਲੜ ਕੇ ਸ਼ਹੀਦੀਆਂ ਪਾਉਣੀਆਂ ਨੇ, ਪੰਥ ਦੇ ਖਿਲਾਫ ਨਹੀਂ ਲੜਨਾ। ਚੌਪਈ ਜੱਸਾ ਸਿੰਘ ਭੀ ਸਿੰਘਨ ਕਹਿਓ। ਜੱਸਾ ਸਿੰਘ ਨੇ ਵੀ ਸੁਨੇਹਾ ਭੇਜਿਆ, ਹਮ ਕਬ ਖਾਲਸਿਓ ਟੂਟਨ ਚਾਹਿਓ। ਮੈਂ ਖਾਲਸੇ ਤੋਂ ਕਿੱਥੇ ਟੁੱਟਣਾ ਚਾਹੁੰਦਾ, ਇਸ ਪੰਥ ਨੇ ਮੇਰੇ ਤੇ ਕਿਰਪਾ ਕੀਤੀ ਹੈ। ਹਮ ਪੀਰ ਲੈਂਗੇ ਖਾਲਸੇ ਨਾਲ। ਅਸੀਂ ਵੀ ਖਾਲਸੇ ਦੇ ਨਾਲ ਆ ਰਲਾਂਗੇ। ਖਾਲਸੋ ਟੂਟੀ ਗੰਢਨ ਵਾਲ। ਖਾਲਸਾ ਟੁੱਟੀ ਗੰਢਣ ਵਾਲਾ। ਖਾਲਸਾ ਜੀ ਮੇਰੀ ਟੁੱਟੀ ਸੀ ਪੰਥ ਨਾਲੋਂ, ਹੁਣ ਤੁਸੀਂ ਗੰਢ ਲਵੋ। ਜੱਸਾ ਸਿੰਘ ਨੇ ਲਿਖੀ ਅਰਦਾਸ। ਜੱਸਾ ਸਿੰਘ ਜੀ ਹੋਣਾ ਨੇ ਇੱਕ ਚਿੱਠੀ ਲਿਖੀ, ਉਹਦੇ ਚ ਅਰਦਾਸ ਲਿਖੀ ਪੰਥ ਨੂੰ। ਬੰਦ ਤੀਰ ਕੱਲੀ ਸਿੰਘਨ ਪਾਸ। ਤੀਰ ਨਾਲ ਬੰਨ ਕੇ ਉਹ ਕਿਲੇ ਦੇ ਵਿੱਚ ਤੀਰ ਭੇਜਿਆ, ਚਿੱਠੀ ਕਿਲੇ ਵਿੱਚ ਭੇਜੀ। ਅਬ ਹਮ ਕੋ ਤੁਮ ਲਿਹੋ ਮਿਲਾਏ। ਆਖਿਆ ਖਾਲਸਾ ਜੀ ਤੁਹਾਡੀ ਸ਼ਰਨ ਚ ਆਉਣ ਲੱਗਾ, ਮੈਨੂੰ ਆਪਣੇ ਨਾਲ ਮਿਲਾ ਲਓ। ਤੋ ਆਨ ਭਰੈ ਖਾਲਸੇ ਸਰਨਾਏ। ਮੈਂ ਖਾਲਸੇ ਦੀ ਸ਼ਰਨ ਚ ਆ ਪੈਂਦਾ ਜੇ ਆਗਿਆ ਕਰੋਗੇ। ਸਿੰਘਨ ਲਿਖਿਓ ਅਬ ਮਿਲਨੇ ਵੇਲਾ। ਸਿੰਘਾਂ ਨੇ ਵੀ ਜਵਾਬ ਭੇਜਿਆ, ਜੱਸਾ ਸਿੰਘ ਹੁਣ ਹੀ ਮਿਲਣ ਦਾ ਵੇਲਾ ਹੈ, ਜੇ ਹੁਣ ਨਾ ਮਿਲਿਆ ਤੇ ਕਦੇ ਨਹੀਂ ਮਿਲ ਸਕੇਗਾ। ਟੂਟੇ ਫੁਟੇ ਕੋ ਹੋਵਗ ਮੇਲਾ। ਹੁਣ ਤੇਰਾ ਟੁੱਟੇ ਹੋਏ ਦਾ ਗੁਰੂ ਖਾਲਸੇ ਨਾਲ ਮੇਲਾ ਹੋ ਜਾਵੇਗਾ। ਜੱਸਾ ਸਿੰਘ ਬੇਗ ਦੀਨੰ ਕਹਿਓ। ਜੱਸਾ ਸਿੰਘ ਨੇ ਅਦੀਨਾ ਬੇਗ ਨੂੰ ਕਿਹਾ, ਹਮਰੋ ਹਿਸਾਬ ਅਬੈ ਕਰ ਦਿਓ। ਕਹਿਣ ਲੱਗੇ ਅਦੀਨਾ ਬੇਗ ਕਿਤੇ ਆਖੇ ਵੀ ਬਾਗੀ ਹੋ ਕੇ ਚਲੇ ਗਏ ਨੇ ਸਿੰਘ, ਤੈਨੂੰ ਦੱਸ ਕੇ ਚੱਲਿਆ, ਬਿਨਾਂ ਦੱਸਿਆ ਨਹੀਂ, ਸਾਡਾ ਹਿਸਾਬ ਕਿਤਾਬ ਕਰ, ਜਿਹੜੀ ਤੇਰੇ ਕੋਲੋਂ ਮਾਇਆ ਲੈਣੀ ਹੈ, ਨੌਕਰੀ ਕੀਤੀ ਹੈ ਤੇਰੇ ਕੋਲੇ, ਪਰ ਮੈਂ ਹੁਣ ਆਪਣੇ ਭਰਾਵਾਂ ਦੇ ਖਿਲਾਫ ਨਹੀਂ ਲੜਨਾ, ਸਾਡਾ ਹਿਸਾਬ ਕਿਤਾਬ ਕਰ ਦੇ। ਹਿਸਾਬ ਕਰਾਏ ਸੋ 2 ਦਿਨ ਪਾਏ। ਉਹ ਕਹਿਣ ਲੱਗਾ ਵੀ ਹਿਸਾਬ ਕਰ ਦੇਣਾ, ਜਾਣਾ ਕਿੱਥੇ ਆ? ਉਹ ਕਹਿੰਦੇ ਬਾਅਦ ਚ ਦੱਸਾਂਗੇ, ਪਹਿਲਾਂ ਸਾਡਾ ਹਿਸਾਬ ਕਰ। ਅਦੀਨਾ ਬੇਗ ਨੇ ਮਾਇਆ ਦੇ ਦਿੱਤੀ, ਉਹਨੇ 2 ਦਿਨ ਪਾ ਦਿੱਤੇ, ਕਹਿੰਦਾ 2 ਦਿਨਾਂ ਨੂੰ ਹਿਸਾਬ ਕਰਾਂਗੇ। ਵੜਿਓ ਜੱਸਾ ਸਿੰਘ ਅੰਦਰ ਜਾਏ। ਅਦੀਨਾ ਬੇਗ ਦੀ ਨੀਅਤ ਮਾੜੀ ਹੋ ਰਹੀ ਸੀ। ਜੱਸਾ ਸਿੰਘ ਜੀ ਸਮਝ ਗਏ ਵੀ ਜਿਹੜਾ 2 ਦਿਨ ਕਹਿੰਦਾ। ਜੱਸਾ ਸਿੰਘ ਜੀ ਰਾਤ ਨੂੰ ਹੀ ਆਪਣਾ ਡੇਰਾ ਬਾਹਰੋਂ ਪੁੱਟਿਆ ਤੇ ਖਾਲਸੇ ਨੂੰ ਪਹਿਲਾਂ ਹੀ ਭੇਜਿਆ ਸੀ ਵੀ ਆਉਣਾ, ਦਰਵਾਜ਼ਾ ਖੋਲ ਦਿੱਤਾ ਰਾਮ ਰੌਣੀ ਕਿਲੇ ਦਾ। ਔਰ ਜੱਸਾ ਸਿੰਘ ਜੀ ਰਾਮਗੜੀਆ ਆਪਣੇ ਨਾਲ ਦੇ ਸਾਰੇ ਸਾਥੀ ਸਿੰਘਾਂ ਸਮੇਤ ਕਿਲੇ 'ਚ ਜਾ ਪਹੁੰਚੇ ਤੇ ਸਰਬੱਤ ਖਾਲਸੇ ਨੂੰ ਜਾ ਕੇ ਆਪਣੇ ਭਰਾਵਾਂ ਨੂੰ ਫਤਿਹ ਗਜਾ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬ ਜੱਸਾ ਸਿੰਘ ਅੰਦਰ ਵੜਾ। ਜਦੋਂ ਸਰਦਾਰ ਜੱਸਾ ਸਿੰਘ ਜੀ ਅੰਦਰ ਆ ਗਏ, ਤੁਰਕਨ ਸਿਰ ਜਨ ਪਾਣੀ ਪੜਾ। ਬਾਹਰ ਤੁਰਕਾਂ ਦੇ ਸਿਰ 'ਚ ਮਾਣੋ ਜਿਵੇਂ ਪਾਣੀ ਪੈ ਗਿਆ। ਉਹ ਕਹਿੰਦੇ ਵੀ ਹੁਣ ਕਿੱਥੇ ਮਾਰੇ ਜਾਣੇ ਆ, ਪਹਿਲਾਂ ਨਹੀਂ ਸੀ ਕਾਬੂ ਆਉਂਦੇ, ਆਹੋ ਨਵੀਆਂ ਫੌਜਾਂ ਹੋਰ ਅੰਦਰ ਚਲੀਆਂ ਗਈਆਂ।
ਤੁਰਕਾਂ ਦੇ ਸਿਰ 'ਚ ਮਾਨੋ ਜਿਵੇਂ ਪਾਣੀ ਪੈ ਗਿਆ ਹੋਵੇ। ਦੋਹਰਾ ਸਤਿਗੁਰ ਕੁਦਰਤ ਓ ਭਈ ਕਰਨ ਸੋ ਸਿੰਘਨ ਕਾਜ। ਕਹਿੰਦੇ ਵੇਖੋ ਕੁਦਰਤ ਦੀ ਖੇਡ ਮਹਾਰਾਜ ਜੀ ਦੀ ਵਰਤੀ, ਖਾਲਸੇ ਦੇ ਕਾਰਜ ਕਰਨੇ ਸੀ ਸਤਿਗੁਰਾਂ ਨੇ। ਵੜੈ ਮੁਲਤਾਨੈ ਆਏ ਸੋ ਪੁੱਤ ਖਾਨੂ ਸ਼ਾਹ ਨਵਾਜ। ਉਧਰ ਸ਼ਾਹ ਨਵਾਜ ਜਿਹੜਾ ਮੀਰ ਮੰਨੂ ਨੇ ਭਜਾਇਆ ਸੀ ਨਾ ਲਾਹੌਰ ਤੋਂ, ਉਹ ਆ ਗਿਆ ਉਧਰ ਮੁਲਤਾਨ ਵਾਲੇ ਪਾਸੇ ਲੜਨ ਵਾਸਤੇ ਮੀਰ ਮੰਨੂ ਨਾਲ, ਵੀ ਮੈਂ ਆਪਣਾ ਰਾਜ ਵਾਪਸ ਲਵਾਂ। ਇੱਧਰ ਸੁਨੇਹਾ ਭੇਜ ਦਿੱਤਾ, ਹੁਣ ਮੀਰ ਮੰਨੂ ਨੂੰ ਤਾਂ ਫੌਜ ਚਾਹੀਦੀ ਸੀ, ਹੁਣ ਸ਼ਾਹ ਨਵਾਜ ਨਾਲ ਲੜੇ ਕਿ ਇੱਧਰ ਸਿੰਘਾਂ ਨਾਲ ਲੜੇ। ਮੀਰ ਮੰਨੂ ਲਈ ਵੀ ਸਮੱਸਿਆ ਬਣ ਗਈ। ਚੌਪਈ ਤਬ ਤੁਰਕਨ ਆਪਣੀ ਪੜ ਗਈ। ਤੁਰਕਾਂ ਨੂੰ ਆਪਣੀ ਪੈ ਗਈ। ਮੀਰ ਮੰਨੂ ਨੇ ਫੌਜ ਸੱਦ ਲਈ। ਮੀਰ ਮੰਨੂ ਨੇ ਫੌਜ ਵਾਪਸ ਸੱਦ ਲਈ, ਵੀ ਸਿੰਘਾਂ ਨੂੰ ਬਾਅਦ ਚ ਵੇਖਾਂਗੇ, ਪਹਿਲਾਂ ਸ਼ਾਹ ਨਵਾਜ ਆ ਗਿਆ, ਮੁਲਤਾਨ ਪਹੁੰਚ ਗਿਆ, ਪਹਿਲਾਂ ਉਹਨੂੰ ਕਾਬੂ ਕਰੀਏ। ਤਬ ਕੋੜਾ ਮਲ ਬਾਤ ਬਣਾਈ। ਦੀਵਾਨ ਕੌੜਾ ਮੱਲ ਜੀ ਨੇ ਜੁਗਤ ਬਣਾ ਲਈ। ਉਹਨਾਂ ਆਖਿਆ ਵੀ ਇਹ ਮੌਕਾ ਹੈ, ਮੀਰ ਮੰਨੂ ਤੇ ਖਾਲਸੇ ਦੀ ਸੰਧੀ ਹੋ ਜਾਏ ਨਾ ਤੇ ਮੰਨੂ ਦਾ ਖਿਆਲ ਪੰਥ ਵੱਲੋਂ ਹਟ ਜਾਏਗਾ। ਉਹ ਤਾਂ ਭਲਾ ਹੀ ਸੋਚਦੇ ਸਨ। ਤੋ ਦੀਵਾਨ ਕੌੜਾ ਮੱਲ ਜੀ ਨੇ ਗੱਲ ਬਣਾਈ, ਸਿੰਘਨ ਲਈਏ ਸਾਥ ਰਲਾਈ, ਕਿ ਮੈਂ ਸਿੰਘਾਂ ਨੂੰ ਨਾਲ ਰਲਾ ਲਵਾਂ। ਉਹਨੇ ਦੀਵਾਨ ਕੌੜਾ ਮੱਲ ਜੀ ਨੂੰ ਮੁਖੀ ਬਣਾ ਕੇ ਭੇਜਿਆ ਵੀ ਮੁਲਤਾਨ ਜਾ ਕੇ ਲੜਨਾ। ਤੇ ਦੀਵਾਨ ਕੌੜਾ ਮੱਲ ਜੀ ਨੇ ਆਖਿਆ ਵੀ ਤੁਰਕਾਂ ਨਾਲੋਂ ਤਾਂ ਮੈਨੂੰ ਸਿੰਘਾਂ ਦਾ ਵੱਧ ਆਸਰਾ, ਸ਼ਾਹ ਨਵਾਜ ਨਾਲ ਨਾਲੇ ਪੁਰਾਣੀਆਂ ਰੜਕਾਂ ਨੇ ਉਹ ਕੱਢਾਂਗੇ ਪਾਪੀ ਨਾਲ, ਤੇ ਨਾਲੇ ਖਾਲਸੇ ਦੀ ਫਤਿਹ ਹੋਵੇਗੀ ਤੇ ਖਾਲਸੇ ਦੇ ਬੋਲ ਬਾਲੇ ਹੋਣਗੇ। ਦੀਵਾਨ ਕੌੜਾ ਮੱਲ ਜੀ ਨੇ ਖਾਲਸੇ ਨੂੰ ਨਾਲ ਰਲਾਉਣ ਦੀ ਜੁਗਤ ਕੀਤੀ। ਦੀਨਾ ਬੇਗ ਪੀ ਸ਼ਾਹ ਦੀ ਪੂਰੀ। ਦੀਨਾ ਬੇਗ ਨੇ ਵੀ ਹਾਮੀ ਭਰ ਦਿੱਤੀ, ਕਹਿੰਦਾ ਦੀਵਾਨ ਜੀ ਇਹ ਤਾਂ ਠੀਕ ਹੈ, ਸਿੰਘ ਆਪਾਂ ਨਾਲ ਲੈ ਚੱਲੀਏ, ਆਪਾਂ ਨੂੰ ਤਾਂ ਫੌਜਾਂ ਚਾਹੀਦੀਆਂ ਨੇ। ਮੀਰ ਮੰਨੂ ਕੇ ਗਿਣੀ ਹਜੂਰੀ। ਤੇ ਮੀਰ ਮੰਨੂ ਦੀ ਹਜੂਰੀ ਵਿੱਚ ਪਹੁੰਚੇ। ਮੀਰ ਮੰਨੂ ਤੇ ਲਿਓ ਕਹਾਏ। ਮੀਰ ਮੰਨੂ ਕੋਲੋਂ ਵੀ ਕਹਾ ਲਿਆ, ਮੀਰ ਮੰਨੂ ਨੇ ਵੀ ਕਹਿ ਦਿੱਤਾ ਖਾਲਸੇ ਨੂੰ ਰਲਾ ਲਓ। ਕੌੜਾ ਮੱਲ ਸਿੰਘ ਲਏ ਚੜਾਏ। ਦੀਵਾਨ ਕੌੜਾ ਮੱਲ ਜੀ ਨੇ ਪੰਥ ਨੂੰ ਆਪਣੀ ਮਦਦ ਲਈ ਨਾਲ ਚੜਾ ਲਿਆ। ਮਾਝੋ ਪੱਟੀ ਸੰਗ ਲਏ ਰਲਾਈ। ਜਿਹੜਾ ਮਾਝੇ ਤੇ ਪੱਟੀ ਦਾ ਇਲਾਕਾ ਉਹ ਵੀ ਨਾਲ ਲੈ ਲਏ ਉੱਥੋਂ ਦੇ ਬੰਦੇ। ਆਦੀ ਸਿੰਘਨ ਲਿਖ ਦੁਆਈ। ਸਿੰਘਾਂ ਨੇ ਕਿਹਾ ਅਸੀਂ ਐਵੇਂ ਫਰੀ 'ਚ ਥੋੜੀ ਮਦਦ ਕਰਨੀ ਹੈ। ਸਿੰਘ ਕਹਿੰਦੇ ਸਾਨੂੰ ਹੱਕ ਦਿਓ ਸਾਡਾ ਮਦਦ ਕਰਨੀ। ਉਹ ਕਹਿੰਦਾ ਪੱਟੀ ਦਾ ਅੱਧਾ ਇਲਾਕਾ ਤੁਹਾਡਾ, ਲਿਖ ਕੇ ਦੇ ਦਿੱਤਾ। 12 ਪਿੰਡ ਜੋ ਗੁਰ ਚੱਕ ਵਾਲੇ। ਜਿਹੜੇ 12 ਪਿੰਡ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਸੀ ਉਹ ਵੀ ਲਿਖਾ ਕੇ ਲੈ ਲਏ। ਲਿਖਾਏ ਦੀਏ ਰਾਮ ਰੌਣੀ ਨਾਲੇ। ਰਾਮ ਰੌਣੀ ਦੇ ਨਾਂ ਦੇ ਉੱਤੇ ਉਹ ਸਾਰੇ ਜਿਹੜੇ 12 ਪਿੰਡ ਲਿਖਾ ਲਏ। ਦੋਹਰਾ ਰਾਮ ਰੌਣੀ ਰਾਮਗੜ੍ਹ ਭਇਓ ਉਸ ਦਿਨ ਤੇ ਮਸ਼ਹੂਰ। ਕਹਿੰਦੇ ਜਦੋਂ ਰਾਮ ਰੌਣੀ ਦੇ ਨਾਂ 12 ਪਿੰਡ ਲੱਗ ਗਏ, ਉਸ ਦਿਨ ਤੋਂ ਰਾਮ ਰੌਣੀ ਕਿਲੇ ਦਾ ਨਾਮ ਰਾਮਗੜ੍ਹ ਕਰਕੇ ਪ੍ਰਸਿੱਧ ਹੋ ਗਿਆ। ਜੱਸਾ ਸਿੰਘ ਜੀ ਨੂੰ ਉੱਥੋਂ ਦਾ ਕਾਰ ਮੁਖਤਿਆਰ ਲਾ ਦਿੱਤਾ। ਹੇਕੇ ਰਾਮਗੜੀਏ ਭਏ ਵੜੇ ਸੋ ਵਕਤ ਜ਼ਰੂਰ। ਤੇ ਜੱਸਾ ਸਿੰਘ ਰਾਮਗੜੀਆ ਜੀ ਮੌਕੇ ਤੇ ਆਏ ਸਨ ਉੱਥੇ, ਇਸ ਕਰਕੇ ਕਿਲੇ ਦੀ ਜ਼ਿੰਮੇਵਾਰੀ ਜੱਸਾ ਸਿੰਘ ਨੂੰ ਦੇ ਦਿੱਤੀ। ਜਿੱਥੋਂ ਸਰਦਾਰ ਜੱਸਾ ਸਿੰਘ ਜੀ ਦੇ ਨਾਂ ਨਾਲ ਰਾਮਗੜੀਆ ਸ਼ਬਦ ਵਰਤ ਗਿਆ ਔਰ ਉੱਥੋਂ ਉਹਨਾਂ ਦੀ ਮਿਸਲ ਚੱਲੀ ਰਾਮਗੜੀਆ ਮਿਸਲ। ਹਾਂਜੀ। ਰਤਨ ਸਿੰਘ ਨੇ ਜੋ ਸੁਣੀ ਬ੍ਰਿਧਨ ਲੋਕਨ ਪਾਸ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਬਜ਼ੁਰਗਾਂ ਦੇ ਕੋਲੋਂ ਸੁਣੀ ਹੈ, ਬਿਰਧਾਂ ਕੋਲੋਂ, ਉਦਾਂ ਤੁਹਾਨੂੰ ਲਿਖ ਦਿੱਤੀ ਹੈ। ਆਗੈ ਸੋ ਸੁਨਾਏ ਹੈ ਖਾਨੂ ਕੋ ਸਤਨਾਸ਼। ਕਹਿੰਦੇ ਜਿਵੇਂ ਖਾਨੂ ਦੇ ਪੁੱਤਰ ਦਾ ਨਾਸ਼ ਕੀਤਾ ਖਾਲਸੇ ਨੇ, ਕਿਉਂਕਿ ਲੱਖੂ ਮਾਰ ਲਿਆ, ਸ਼ਾਹ ਨਵਾਜ ਬਚ ਗਿਆ ਸੀ, ਉਹਨੂੰ ਜਿਵੇਂ ਖਾਲਸੇ ਨੇ ਮਾਰ ਕੇ ਨਾਸ਼ ਕੀਤਾ, ਹੁਣ ਉਹ ਵੀ ਤੁਹਾਨੂੰ ਕਥਾ ਸੁਣਾਈਏ। ਇਮਰਾਮ ਰੌਣੀ ਸਿੰਘ ਲੜੇ 5 ਪਾਰੇ 1800 ਸਾਲ। ਕਹਿੰਦੇ 1805 ਸੰਮਤ ਬਿਕਰਮੀ ਚ ਰਾਮ ਰੌਣੀ ਦੇ ਕਿਲੇ ਦਾ ਜੰਗ ਹੋਇਆ। ਸ਼ਾਹ ਨਵਾਜ ਜਿਮ ਆਮਰਵਾ ਸੋ ਆਗੈ ਸੁਨੋ ਹਵਾਲ। ਉਸੇ ਸਾਲ ਸ਼ਾਹ ਨਵਾਜ ਆ ਕੇ ਜਿਵੇਂ ਪੰਥ ਦੇ ਹੱਥੋਂ ਮਰਿਆ, ਮੀਰ ਮੰਨੂ ਦੀ ਮਦਦ ਵਾਸਤੇ ਸਿੰਘ ਗਏ, ਦੀਵਾਨ ਕੌੜਾ ਮੱਲ ਜੀ ਲੈ ਕੇ ਗਏ। ਕਹਿੰਦੇ ਉਹ ਕਥਾ ਹੁਣ ਮੈਂ ਤੁਹਾਨੂੰ ਅੱਗੇ ਸੁਣਾਉਣਾ। ਸਿੰਘ ਕਹਿਣ ਲੱਗੇ ਮੀਰ ਮੰਨੂ ਨੂੰ, ਉਹ ਕਹਿੰਦੇ ਵੀ ਤੁਸੀਂ ਸਾਨੂੰ ਤੁਰਕ ਇੱਕੋ ਜਿਹੇ ਲੱਗਦੇ ਹੋ ਸਾਰੇ, ਵੀ ਮਦਦ ਤੁਸੀਂ ਸਾਨੂੰ ਆਪਣੀ ਮਦਦ ਵਾਸਤੇ ਲਿਆਏ ਹੋ, ਵੀ ਸ਼ਾਹ ਨਵਾਜ ਨਾਲ ਲੜਨਾ, ਤੁਸੀਂ ਸਾਰੇ ਇੱਕੋ ਜਿਹੇ ਲੱਗਦੇ ਹੋ ਕੋਨੇ ਮੋਨੇ ਜੇ। ਸਾਨੂੰ ਤਾਂ ਸਿਆਣ ਨਹੀਂ ਹੁੰਦੀ ਵੀ ਕਿਹੜੀ ਮੀਰ ਮੰਨੂ ਦੀ ਫੌਜ ਹੈ, ਕਿਹੜੀ ਸ਼ਾਹ ਨਵਾਜ ਦੀ। ਇਹ ਨਾ ਹੋਵੇ ਉਧਰ ਸ਼ਾਹ ਨਵਾਜ ਨਾਲ ਲੜਦਿਆਂ ਤੁਹਾਡੀ ਫੌਜ ਹੀ ਖਾਲਸੇ ਹੱਥੋਂ ਮਾਰੀ ਜੇ। ਜਦੋਂ ਸਿੰਘਾਂ ਦੀ ਤੇਗ ਚੱਲਦੀ ਆ ਫਿਰ ਸਿਆਣਨਾ ਔਖਾ ਹੋ ਜਾਣਾ।
ਸਾਨੂੰ ਤਾਂ ਇੱਕੋ ਜਿਹੇ ਲੱਗਦੇ ਹੋ ਘੋਰੜੂ ਜੇ ਤੁਸੀਂ ਸਾਰੇ। ਕਹਿਣ ਲੱਗੇ ਵੀ ਗੱਲ ਤਾਂ ਸਹੀ, ਕਿੱਦਾਂ ਕਰੀਏ? ਉਹ ਸਿੰਘ ਕਹਿੰਦੇ ਵੀ ਇਦਾਂ ਕਰੋ, ਜਿਹੜੀ ਫੌਜ ਮੀਰ ਮੰਨੂ ਦੀ ਆ ਉਹ ਕਣਕ ਦੇ ਸਿੱਟੇ ਲੈ ਕੇ ਨਾ ਉਹ ਆਪੋ ਆਪਣੇ ਜਿਹੜੇ ਸਿਰ ਤੇ ਤੁਸੀਂ ਟੋਪ ਜੇ ਪਾਉਂਦੇ ਉਹਨਾਂ ਚੜਾ ਲਓ। ਜਿਹਦੇ ਸਿਰ ਤੇ ਉਹ ਲੱਗਾ ਹੋਵੇਗਾ ਕਣਕ ਦਾ ਸਿੱਟਾ, ਅਸੀਂ ਪਛਾਣ ਲਵਾਂਗੇ ਮੀਰ ਮੰਨੂ ਦਾ। ਤੇ ਯਾਦ ਰੱਖਿਓ, ਜੇ ਕਿਸੇ ਦੇ ਸਿਰ ਤੋਂ ਲੱਗ ਗਿਆ ਉਹ ਨਾ ਸਿੱਟਾ ਕਣਕ ਦਾ, ਡਿੱਗ ਪਿਆ ਜ਼ਮੀਨ ਤੇ ਅਸੀਂ ਨਹੀਂ ਜੇ ਬਖਸ਼ਣਾ, ਅਸੀਂ ਇਹ ਸਮਝਣਾ ਵੀ ਸ਼ਾਹ ਨਵਾਜ ਦਾ ਹੀ ਬੰਦਾ। ਇਦਾਂ ਖਾਲਸੇ ਨੇ ਦੀਵਾਨ ਕੌੜਾ ਮੱਲ ਜੀ ਦੀ ਮਦਦ ਕੀਤੀ ਹੈ, ਔਰ ਉਸ ਜੰਗ ਦੇ ਵਿੱਚ ਦੀਵਾਨ ਕੌੜਾ ਮੱਲ ਜੀ ਜਿੱਤੇ ਨੇ, ਜਿੱਥੇ ਦੀਵਾਨ ਕੌੜਾ ਮੱਲ ਜੀ ਨੂੰ ਮਹਾਰਾਜਾ ਦਾ ਖਿਤਾਬ ਪ੍ਰਾਪਤ ਹੋਇਆ। ਪੰਥ ਨੇ ਬਖਸ਼ਿਸ਼ ਕੀਤੀ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 हे अच्युत हे पार ब्रह्म अविनाशी अगनाश हे पूरन हे सर्वमय दुख पंजन गुणदास हे संगी हे निरंकार हे निर्गुण सब टेक हे गोबिंद हे गुण निधान जाकै सदा विवेक हे अपरंपर हर हरे भी होवन